ਕੱਲ੍ਹ ਦੇ ਦੀਵਾਨਾਂ ਅੰਦਰ ਆਪ ਸੰਗਤ ਨੇ ਇੱਥੋਂ ਤੱਕ ਇਤਿਹਾਸ ਗੁਰੂ ਨਾਨਕ ਸਾਹਿਬ ਜੀ ਦਾ ਸਰਵਣ ਕੀਤਾ ਸੀ ਕਿ ਸਤਿਗੁਰੂ ਜੀ ਦੇ ਦਰ ਦੇ ਉੱਤੇ 3 ਗੁਰਸਿੱਖ ਚੱਲ ਕੇ ਆਏ, ਜਿਨ੍ਹਾਂ ਦੇ ਵਿੱਚ ਬਾਬਾ ਭਾਈ ਪ੍ਰਿਥੀ ਮੱਲ ਜੀ, ਭਾਈ ਸਹਿਗਲ ਜੀ ਔਰ ਭਾਈ ਰਾਮਾ ਡਿੱਡੀ ਜੀ। ਇਹਨਾਂ ਤਿੰਨਾਂ ਨੇ ਗੁਰੂ ਪਾਤਸ਼ਾਹ ਜੀ ਕੋਲੋਂ ਉਪਦੇਸ਼ ਹਾਸਲ ਕੀਤਾ ਅਤੇ ਮਾਲਕ ਜੀ ਨੇ ਇਹਨਾਂ ਤਿੰਨਾਂ ਨੂੰ ਉਪਦੇਸ਼ ਦਿੰਦਿਆਂ ਹੋਇਆਂ ਤਾਮਸੀ ਤਪ, ਰਾਜਸੀ ਤਪ ਔਰ ਸਾਤਕੀ ਤਪ ਦਾ ਜ਼ਿਕਰ ਕਰਦਿਆਂ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਸੀ। ਜਦੋਂ ਇਹ ਉਪਦੇਸ਼ ਲੈ ਕੇ ਜਾਂਦੇ ਨੇ, ਇਹਨਾਂ ਤੋਂ ਬਾਅਦ ਵਿੱਚ ਸਤਿਗੁਰੂ ਜੀ ਦੇ ਦਰ ਉੱਤੇ ਭਾਈ ਮਾਲੋ ਜੀ ਔਰ ਭਾਈ ਮੰਗੋ ਜੀ, ਇਹ ਦੋਵੇਂ ਗੁਰਸਿੱਖ ਚੱਲ ਕੇ ਆਉਂਦੇ ਨੇ। ਇਹਨਾਂ ਦੋਵਾਂ ਨੇ ਆ ਕੇ ਵੀ ਸਤਿਗੁਰੂ ਜੀ ਅੱਗੇ ਆਪਣੇ ਮਨ ਦੀ ਇੱਛਾ ਰੱਖਦਿਆਂ ਬਚਨ ਕੀਤੇ ਵੀ ਮਾਲਕ ਜੀ ਕੋਈ ਐਸਾ ਉਪਦੇਸ਼ ਦੇਵੋ ਜਿਸ ਸਦਕਾ ਅਸੀਂ ਆਪਣਾ ਜੰਮਣ ਔਰ ਮਰਨ ਜਿਹੜਾ ਉਹਨੂੰ ਕੱਟ ਲਈਏ। ਤੇ ਗੁਰੂ ਸਾਹਿਬ ਜੀ ਨੇ ਇਹਨਾਂ ਨੂੰ ਉਪਦੇਸ਼ ਦਿੰਦਿਆਂ ਵੀ ਤਾਮਸੀ ਤਪ ਦਾ ਪਹਿਲਾਂ ਜ਼ਿਕਰ ਕੀਤਾ ਵੀ ਲੋਕ ਆਹ ਕੁਝ ਕਰਦੇ ਨੇ ਮੁਕਤੀ ਦੇ ਵਾਸਤੇ, ਪਰ ਇਹ ਕਰਨਾ ਕਠਿਨ ਹੈ। ਫਿਰ ਮਾਲਕ ਪਾਤਸ਼ਾਹ ਜੀ ਨੇ ਰਾਜਸੀ ਔਰ ਸਾਤਕੀ ਤਪ ਦਾ ਜ਼ਿਕਰ ਕਰਦਿਆਂ ਉਹਨਾਂ ਨੂੰ ਆਖਿਆ ਵੀ ਇਹਨਾਂ ਤਪਾਂ ਨੂੰ ਕਰਦਿਆਂ ਹੋਇਆਂ ਜੀਵ ਨੂੰ ਫਲ ਵਧੀਕ ਮਿਲਦਾ ਔਰ ਇਹਨਾਂ ਦੇ ਵਿੱਚ ਮਿਹਨਤ ਜਿਹੜੀ ਉਹ ਘੱਟ ਹੈ, ਔਰ ਤਾਮਸੀ ਤਪ ਦੇ ਅੰਦਰ ਮਿਹਨਤ ਜ਼ਿਆਦਾ ਹੈ ਪਰ ਫਲ ਘੱਟ ਮਿਲਦਾ। ਜਦੋਂ ਸਤਿਗੁਰੂ ਜੀ ਨੇ ਇਹ ਬਚਨ ਕੀਤੇ ਤੇ ਉਹਨਾਂ ਦੋਵਾਂ ਗੁਰਸਿੱਖਾਂ ਨੇ ਮਾਲਕ ਜੀ ਦੇ ਸਾਹਮਣੇ ਆਪਣੇ ਮਨ ਦਾ ਇੱਕ ਸੰਸਾਰ ਰੱਖਿਆ ਵੀ ਮਾਲਕ ਜੀ ਉਹ ਅੱਜ ਤੱਕ ਜਗਤ ਵਿੱਚ ਇੱਕ ਰੀਤ ਪ੍ਰਚਲਿਤ ਹੈ ਵੀ ਜਿੰਨੀ ਮਿਹਨਤ ਕਰੋ ਫਲ ਮਿਹਨਤ ਅਨੁਸਾਰ ਮਿਲਦਾ। ਪਰ ਆਪ ਜੀ ਨੇ ਜਗਤ ਤੋਂ ਉਲਟ ਰੀਤ ਜਿਹੜੀ ਨਿਆਰੀ ਰੀਤ ਜਿਹੜੀ ਹੈ ਉਹਦਾ ਜ਼ਿਕਰ ਕੀਤਾ ਵੀ ਜੇ ਇਸ ਵਿੱਚ ਮਿਹਨਤ ਘੱਟ ਹੈ ਤੇ ਫਲ ਵਧੀਕ ਹੈ, ਔਰ ਤਾਮਸੀ ਤਪ ਦੇ ਅੰਦਰ ਮਿਹਨਤ ਜ਼ਿਆਦਾ ਹੈ ਤੇ ਫਲ ਘੱਟ ਹੈ, ਵੀ ਇਹਨੂੰ ਲੈ ਕੇ ਸਾਡੇ ਮਨ ਅੰਦਰ ਸੰਸਾ ਉਪਜਿਆ ਹੈ। ਤੇ ਆਪ ਜੀ ਕਿਰਪਾ ਕਰੋ ਹੁਣ ਐਸਾ ਉਪਦੇਸ਼ ਦੇਵੋ ਵੀ ਇਸ ਸੰਸੇ ਦੀ ਨਿਵਰਤੀ ਹੋ ਜਾਏ, ਇਹ ਸੰਸਾ ਸਾਡੇ ਮਨ ਵਿੱਚੋਂ ਖਤਮ ਹੋ ਜਾਏ। ਇੱਥੋਂ ਤੱਕ ਤੇ ਆਪ ਸਭ ਸੰਗਤਾਂ ਨੇ ਕੱਲ੍ਹ ਦੇ ਦੀਵਾਨਾਂ ਅੰਦਰ ਸਰਵਣ ਕੀਤਾ ਸੀ ਔਰ ਬੇਲਿਹਾਜ਼ੇ ਸਮੇਂ ਨੇ ਆਪਣਾ ਡੰਕਾ ਵਜਾ ਦਿੱਤਾ ਸੀ। ਆਓ ਗੁਰੂ ਪਿਆਰ ਵਾਲਿਓ, ਕਿਵੇਂ ਸਤਿਗੁਰੂ ਪਾਤਸ਼ਾਹ ਜੀ ਉਹਨਾਂ ਨੂੰ ਸਾਰਾ ਜੋ ਸੰਸਾ ਨਿਵਰਤ ਕਰਨ ਵਾਸਤੇ ਮਾਲਕ ਜੀ ਉਪਦੇਸ਼ ਦੇ ਰਹੇ, ਕਿਹੜਾ ਸਤਿਗੁਰੂ ਪਾਤਸ਼ਾਹ ਜੀ ਉੱਥੇ ਉਹਨਾਂ ਦੇ ਨਾਲ ਵਿਚਾਰ ਕਰਦੇ ਨੇ ਔਰ ਕਿਹੜਾ ਉਪਦੇਸ਼ ਗੁਰੂ ਬਾਬਾ ਜੀ ਆਪਣੀ ਰਚਨਾ ਤੋਂ ਦਿੰਦੇ ਨੇ, ਔਰ ਹੋਰ ਕਿਹੜੇ ਗੁਰਸਿੱਖ ਨੇ ਜਿਹੜੇ ਚੱਲ ਕੇ ਧੰਨ ਗੁਰੂ ਨਾਨਕ ਸਾਹਿਬ ਦੇ ਦਰ ਤੇ ਆਉਂਦੇ ਔਰ ਮਾਲਕ ਜੀ ਕੋਲੋਂ ਵਡਿਆਈਆਂ ਹਾਸਲ ਕਰਦੇ ਨੇ। ਆਓ ਆਪਾਂ ਅਗਲੇ ਪ੍ਰਸੰਗ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਮਾਲਕ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੇ ਇਤਿਹਾਸ ਔਰ ਆਪਣੀ ਪਾਵਨ ਬਾਣੀ ਦੀਆਂ ਵਿਚਾਰਾਂ ਸਤਿਗੁਰੂ ਜੀ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰੱਖੇ, ਦੋਵੇਂ ਹੱਥ ਜੋੜ ਆਪਣੀਆਂ ਮਨ ਔਰ ਬਿਰਤੀਆਂ ਇਕਾਗਰ ਕਰਦੇ ਹਾਂ, ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਸਤਿਗੁਰੂ ਜੀ ਕੀ ਬਖਸ਼ੀ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਗਰੇ ਜਗਤ ਵਿਖੇ ਅਸਰੀਤਾ ਤਿਸ ਤੇ ਕਹੀ ਆਪ ਵਿਪਰੀਤਾ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਰਚੇਤਾ ਸ਼੍ਰੀ ਨਾਨਕ ਪ੍ਰਕਾਸ਼, ਉਹਨਾਂ ਨੇ ਇਤਿਹਾਸ ਦੀ ਲੜੀ ਨੂੰ ਅਗਾਂਹ ਤੋਰਿਆ ਔਰ ਲੜੀ ਨੂੰ ਜੋੜਦਿਆਂ ਹੋਇਆਂ ਕਵੀ ਜੀ ਨੇ ਜ਼ਿਕਰ ਕੀਤਾ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸਨਮੁਖ ਬੈਠੇ ਭਾਈ ਮਾਲੋ ਜੀ ਔਰ ਭਾਈ ਮੰਗੋ ਜੀ, ਇਹ ਦੋਵੇਂ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰ ਸੁਣ ਕੇ ਬੜੇ ਹੈਰਾਨ ਵੀ ਹੋਏ, ਮਨ ਅੰਦਰ ਵਿਸਮਾਦ ਵੀ ਪੈਦਾ ਹੋਇਆ। ਪਰ ਜਿੱਥੇ ਮਨ ਕਰਕੇ ਇਹ ਵਿਸਮਾਦ ਦੇ ਵਿੱਚ ਜਾਂਦੇ ਨੇ ਉੱਥੇ ਮਾਲਕ ਪਾਤਸ਼ਾਹ ਜੀ ਦੇ ਅੱਗੇ ਸਤਿਗੁਰੂ ਜੀ ਦੇ ਅੱਗੇ ਆਪਣੇ ਮਨ ਦਾ ਸੰਸਾਰ ਰੱਖਦੇ ਆ ਬਚਨ ਕਰਦੇ ਵੀ ਗੁਰੂ ਸਾਹਿਬ ਜੀਓ, ਆਪ ਜੀ ਨੇ ਜਿਹੜੀ ਨਿਆਰੀ ਰੀਤ ਬਾਰੇ ਸਾਨੂੰ ਦਰਸਾਇਆ ਹੈ ਵੀ ਜਗਤ ਵਿੱਚ ਇਸ ਤਰ੍ਹਾਂ ਪ੍ਰਚਲਿਤ ਨਹੀਂ ਹੈ। ਆਪ ਜੀ ਨੇ ਜਗਤ ਤੋਂ ਇੱਕ ਨਿਆਰੀ ਜਿਹੜੀ ਰੀਤ ਹੈ ਉਹਨੂੰ ਸਾਡੇ ਸਨਮੁਖ ਰੱਖਿਆ ਹੈ, ਕਿਉਂਕਿ ਜੋ ਜਗਤ ਵਿੱਚ ਚੱਲਦਾ ਹੈ ਆਪ ਜੀ ਨੇ ਉਹਦੇ ਤੋਂ ਵਿਪਰੀਤ ਬਾਤ ਆਖੀ ਹੈ। ਜਿਸ ਪ੍ਰਕਾਰ ਹੋਵੇ ਨਿਸ਼ਾ ਹਮਾਰੀ ਸੋ ਸਮਝਾਵੋ ਰੀਤ ਸੁਖਾਰੀ। ਵੀ ਜਿਸ ਪ੍ਰਕਾਰ ਸਾਡੀ ਨਿਸ਼ਾ ਹੋ ਜਾਏ, ਨਿਸ਼ਾ ਮਤਲਬ ਸਾਡੀ ਤਸੱਲੀ, ਸਾਡੀ ਸੈਟੀਸਫੈਕਸ਼ਨ ਹੋ ਜਾਏ ਨਾ, ਵੀ ਉਸ ਹਿਸਾਬ ਦੇ ਨਾਲ ਹੁਣ ਸਾਨੂੰ ਸਮਝਾਓ ਵੀ ਅਸੀਂ ਸਮਝ ਜਾਈਏ ਵੀ ਆਪ ਜੀ ਕਿਸ ਤਰੀਕੇ ਦੇ ਨਾਲ ਉਪਦੇਸ਼ ਦੇ ਰਹੇ ਹੋ ਔਰ ਕਿਹੜੀ ਬਾਤ ਆਪ ਜੀ ਕਰ ਰਹੇ ਹੋ। ਸ਼੍ਰੀ ਮੁਖ ਭਣਿਓ ਨਾ ਸੰਸਾ ਕੀਜੇ ਜਗਤ ਮੈਂ ਪ੍ਰਗਟ ਸੋ ਬਿਦ ਸੁਣ ਲੀਜੈ। ਸਤਿਗੁਰੂ ਕਹਿੰਦੇ ਵੀ ਮਨ ਅੰਦਰ ਸੰਸਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਔਰ ਨਾ ਹੀ ਮਨ ਅੰਦਰ ਸੰਸਾ ਲੈ ਕੇ ਆਉਣ ਦੀ ਜ਼ਰੂਰਤ ਹੈ। ਇਹ ਵਿਧੀਆਂ ਤੇ ਆਪਾਂ ਜਗਤ ਵਿੱਚ ਪ੍ਰਗਟ ਵੇਖਦੇ ਹਾਂ ਵੀ ਅਸੀਂ ਜਗਤ ਉਲਟ ਰੀਤ ਜਿਹੜੀ ਚੱਲ ਰਹੀ ਹੈ ਉਹਦੇ ਤੋਂ ਵਿਪਰੀਤ ਰੀਤ ਦਾ ਜ਼ਿਕਰ ਨਹੀਂ ਕੀਤਾ। ਜੋ ਜਗਤ ਵਿੱਚ ਚੱਲ ਰਿਹਾ ਹੈ ਅਸੀਂ ਉਸੇ ਮੁਤਾਬਕ ਹੀ ਆਖਿਆ ਹੈ। ਇਸ ਲਈ ਮਨ ਵਿੱਚ ਸੰਸਾ ਨਾ ਕਰੋ, ਮਨ ਦੇ ਅੰਦਰ ਕਿਸੇ ਤਰ੍ਹਾਂ ਦਾ ਸਵਾਲ ਨਾ ਲੈ ਕੇ ਆਓ, ਕਿਉਂਕਿ ਇਹ ਸਾਰਾ ਕੁਝ ਆਪਾਂ ਜਗਤ ਦੇ ਅੰਦਰ ਆਪ ਆਪਣੇ ਅੱਖੀਂ ਵੇਖਦੇ ਹਾਂ। ਇੱਕ ਨਰ ਬਣਦੇ ਸਮਦਾ ਆਨੇ ਵੇਚ ਬਾਜ਼ਾਰ ਕਰਦੇ ਗੁਜਰਾਨੇ। ਔਰ ਉਸ ਜਗ੍ਹਾ ਦੇ ਉੱਤੇ ਨਾ ਫਿਰ ਸਤਿਗੁਰੂ ਜੀ ਨੇ ਜ਼ਿਕਰ ਕਰਦਿਆਂ ਹੋਇਆਂ ਆਖਿਆ, ਕਹਿੰਦੇ ਵੀ ਇਹ ਜਗਤ ਦੇ ਅੰਦਰ ਪ੍ਰਗਟ ਜਿਹੜੀ ਬਿਰਖ ਹੈ ਵੀ ਇੱਕ ਮਨੁੱਖ ਹੈ ਜਿਹੜਾ ਬਨ ਕਹਿੰਦੇ ਨੇ ਜੰਗਲ ਨੂੰ, ਜੰਗਲ ਦੇ ਵਿੱਚ ਜਾਂਦਾ ਤੇ ਜੰਗਲ ਵਿੱਚ ਜਾ ਕੇ ਉੱਥੋਂ ਸਮਧਾ ਕਹਿੰਦੇ ਨੇ ਬਾਲਣ ਨੂੰ, ਲੱਕੜਾਂ ਨੂੰ, ਵੀ ਉੱਥੋਂ ਜਾ ਕੇ ਮਿਹਨਤ ਕਰਦਾ ਹੋਇਆ ਲੱਕੜਾਂ ਵੱਢਦਾ ਹੈ, ਵੱਢ ਕੇ ਫਿਰ ਉਹਨਾਂ ਨੂੰ ਬੰਨ੍ਹਦਾ ਹੈ, ਬੰਨ੍ਹਣ ਤੋਂ ਬਾਅਦ ਉਹਨਾਂ ਨੂੰ ਲਿਆ ਕੇ ਬਾਜ਼ਾਰ ਅੰਦਰ ਵੇਚਦਾ ਹੈ, ਵੇਚਣ ਤੋਂ ਬਾਅਦ ਵਿੱਚ ਉਹਨੂੰ ਧਨ ਮਿਲਦਾ ਹੈ, ਧਨ ਲੈ ਕੇ ਤੇ ਫਿਰ ਉਹਨੂੰ ਉਹਨਾਂ ਲੱਕੜਾਂ ਨੂੰ ਵੇਚ ਕੇ ਤੇ ਉਸ ਮਿਲੇ ਹੋਏ ਧਨ ਦੇ ਨਾਲ ਉਹ ਆਪਣਾ ਗੁਜ਼ਾਰਾਨ ਆਪਣੇ ਘਰ ਦਾ ਗੁਜ਼ਾਰਾ ਚਲਾਉਂਦਾ ਹੈ। ਕਰਤ ਮਜ਼ਦੂਰੀ ਬਹੁਤ ਸ਼ਰਮ ਪਾਵੇ ਤਿਨ ਕੋ ਮੋੜ ਥੋੜ ਕਰ ਆਵੇ। ਉਹ ਵਿਚਾਰਾ ਬੜੀ ਮਜ਼ਦੂਰੀ ਕਰਦਾ, ਬਹੁਤ ਮਿਹਨਤ ਕਰਦਾ, ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਲੱਗਾ ਰਹਿੰਦਾ, ਲੱਕੜਾਂ ਵੱਢੀ ਜਾਂਦਾ, ਵੱਢ ਕੇ ਫਿਰ ਪੰਡ ਬੰਨ੍ਹਦਾ, ਬੰਨ੍ਹਣ ਤੋਂ ਬਾਅਦ ਫਿਰ ਵੇਚਦਾ, ਵੀ ਉਹਨੂੰ ਬੜੀ ਮਿਹਨਤ ਕਰਨੀ ਪੈਂਦੀ ਹੈ। ਪਰ ਮਿਹਨਤ ਕਰਨ ਤੋਂ ਬਾਅਦ ਜਦੋਂ ਜਾ ਕੇ ਬਾਜ਼ਾਰ ਦੇ ਅੰਦਰ ਉਹਨਾਂ ਲੱਕੜਾਂ ਨੂੰ ਵੇਚਦਾ ਉਹਦਾ ਮੁੱਲ ਕੋਈ ਬਹੁਤਾ ਨਹੀਂ ਮਿਲਦਾ, ਉਹਦੀ ਕੀਮਤ ਕੋਈ ਬਹੁਤੀ ਨਹੀਂ ਮਿਲਦੀ। ਉਸ ਮਿਲੀ ਹੋਈ ਕੀਮਤ ਨਾਲ ਤੇ ਉਹ ਕੇਵਲ ਆਪਣੇ ਘਰ ਦਾ ਗੁਜ਼ਾਰਾਨ ਚਲਾਉਂਦਾ, ਆਪਣੇ ਘਰ ਦਾ ਗੁਜ਼ਾਰਾ ਚਲਾਉਂਦਾ, ਉਹਦੇ ਤੋਂ ਵਧੇਕ ਨਾ ਤੇ ਉਹਨੂੰ ਧਨ ਮਿਲਿਆ ਔਰ ਨਾ ਹੀ ਉਹਨੂੰ ਉੱਥੇ ਉਹਨਾਂ ਲੱਕੜਾਂ ਦਾ ਮੁੱਲ ਕੋਈ ਵਧੇਕ ਮਿਲਦਾ ਹੈ। ਪੁੰਨ ਜੇ ਬਣ ਜੇ ਘਰੇ ਹਟਵਾਨਾ ਲਵਣ ਤੇਲ ਅੰਨ ਜੇ ਬਿਦਨਾਨਾ। ਤੇ ਦੂਜੇ ਪਾਸੇ ਇੱਕ ਮਨੁੱਖ ਉਹ ਹੈ, ਇੱਕ ਨਰ ਉਹ ਹੈ ਜਿਹੜਾ ਇੱਕ ਦੁਕਾਨ ਦੇ ਉੱਤੇ ਬੈਠਾ ਹੈ। ਹੁਣ ਦੁਕਾਨ ਉੱਤੇ ਜਿਹੜਾ ਨਰ ਬੈਠਾ ਹੈ ਉਹਦੇ ਲਈ ਸਤਿਗੁਰੂ ਕਹਿੰਦੇ ਉਹ ਵਪਾਰ ਕਰਦਾ ਹੈ, ਉਹ ਵਪਾਰੀ ਹੈ, ਦੁਕਾਨ ਦੇ ਉੱਤੇ ਬੈਠਾ ਦੁਕਾਨਦਾਰ ਹੈ ਤੇ ਉਹ ਦੁਕਾਨ ਦੇ ਉੱਤੇ ਬੈਠਾ ਹੋਇਆ ਰਾਸ਼ਨ ਸਾਮਾਨ ਉਹਨੂੰ ਵੇਚਦਾ ਹੈ। ਉਹਦੇ ਵਿੱਚ ਜ਼ਿਕਰ ਕਰਦੇ ਹਾਂ ਸਤਿਗੁਰੂ ਜੀ ਨੇ ਜੋ ਅਸੀਂ ਰੋਜ਼ਾਨਾ ਰੂਟੀਨ ਦੇ ਅੰਦਰ ਵਸਤੂਆਂ ਵਰਤਦੇ ਹਾਂ, ਲੂਣ ਦਾ ਜ਼ਿਕਰ ਕੀਤਾ, ਤੇਲ ਦਾ ਜ਼ਿਕਰ ਕੀਤਾ ਜਾਂ ਅੰਨ ਵਸਤੂਆਂ ਦਾ ਜ਼ਿਕਰ ਕੀਤਾ, ਵੀ ਉਹਨਾਂ ਚੀਜ਼ਾਂ ਨੂੰ ਉਹ ਬੈਠਾ ਹੋਇਆ ਦੁਕਾਨ ਦੇ ਉੱਤੇ ਵੇਚਦਾ ਹੈ। ਤਿਨ ਤੇ ਇਨਕੋ ਲਾਭ ਕਨੇਰੋ ਸ਼ਰਮ ਥੋਰੋ ਹੈ ਪ੍ਰਗਟ ਸੋ ਹੀਰੋ। ਉਹ ਆਰਾਮ ਨਾਲ ਦੁਕਾਨ ਤੇ ਬੈਠਾ ਹੈ ਤੇ ਬੈਠਾ ਹੋਇਆ ਇਹਨਾਂ ਵਸਤੂਆਂ ਨੂੰ ਵੇਚਦਾ ਹੈ। ਹੁਣ ਉਹਨੂੰ ਸ਼ਰਮ ਘੱਟ ਕਰਨੀ ਪੈਂਦੀ ਹੈ, ਮਿਹਨਤ ਘੱਟ ਕਰਨੀ ਪੈਂਦੀ, ਪਰ ਇਹਦੇ ਬਦਲੇ ਵਿੱਚ ਲਾਭ ਵਧੇਕ ਮਿਲਦਾ ਹੈ, ਉਹਨੂੰ ਪ੍ਰੋਫਿਟ ਜਿਹੜਾ ਉਹ ਵੱਧ ਮਿਲਦਾ ਹੈ। ਅਪਰ ਰੁਪਇਨ ਕੇ ਵਿਵਹਾਰੇ ਲਾਭ ਬਹੁਤ ਲੈ ਰਹੇ ਸੁਖਾਰੇ। ਔਰ ਇਹਨਾਂ ਤੋਂ ਬਿਨਾਂ ਕੁਝ ਜੀਵ ਉਹ ਨੇ, ਕੁਝ ਨਰ ਉਹ ਨੇ ਜਿਹੜੇ ਪੈਸਿਆਂ ਨਾਲ ਵਪਾਰ ਕਰਦੇ, ਬਹੁਤ ਜ਼ਿਆਦਾ ਵੱਡੀ ਰਾਸ਼ੀ ਦੇ ਨਾਲ ਧਨ ਨਾਲ ਵਪਾਰ ਕਰਦੇ। ਹੁਣ ਉਹ ਧਨ ਨਾਲ ਵਪਾਰ ਕਰਨ ਵਾਲਿਆਂ ਦੀ ਮਿਹਨਤ ਉਨੀ ਵੀ ਨਹੀਂ ਹੈ ਜਿੰਨਾ ਇੱਕ ਦੁਕਾਨਦਾਰ ਉੱਥੇ ਬੈਠਾ ਹੋਇਆ ਦੁਕਾਨ ਤੇ ਕਰ ਰਿਹਾ। ਉਹ ਧਨ ਨਾਲ ਮਿਹਨਤ, ਉਹ ਧਨ ਦੇ ਨਾਲ ਵਪਾਰ ਕਰ ਰਹੇ, ਧਨ ਜਿਹੜਾ ਉਹਦੇ ਨਾਲ ਵਪਾਰ ਕਰਦਿਆਂ ਹੋਇਆਂ ਉਹ ਉਹਦੇ ਤੋਂ ਆਪਣੇ ਘਰ ਦਾ ਗੁਜ਼ਾਰਾਨ ਵੀ ਚਲਾਉਂਦੇ ਨੇ, ਲਾਭ ਵੀ ਪ੍ਰਾਪਤ ਕਰਦੇ ਨੇ, ਬਹੁਤ ਧਨ ਉਹਨਾਂ ਨੂੰ ਫਿਰ ਹੋਰ ਹਾਸਲ ਹੁੰਦਾ ਹੈ। ਇੱਕ ਜਵਾਹਰੀ ਸੁਖ ਸੋ ਬੈਸੇ
ਤਨ ਕੋ ਖੇਦ ਦੇਤ ਨਹਿ ਕੈਸੇ। ਔਰ ਇੱਕ ਫਿਰ ਮਨੁੱਖ ਉਹ ਹੈ ਜਿਹੜਾ ਜਵਾਹਰੀ ਹੈ, ਜੌਹਰੀ ਜਿਹਨੂੰ ਆਪਾਂ ਕਹਿੰਦੇ ਆ ਵੀ ਉਹ ਜੌਹਰੀ ਆਪਣੀ ਹੀਰੇ ਜਵਾਹਰਾਤਾਂ ਵਾਲੀ ਦੁਕਾਨ ਤੇ ਬੈਠਾ ਹੈ। ਹੁਣ ਉਹ ਦੁਕਾਨ ਦੇ ਉੱਤੇ ਬੈਠਾ ਹੋਇਆ ਸੁੱਖਾਂ ਦੇ ਨਾਲ ਬੈਠਾ, ਉਹ ਤਨ ਕੋ ਖੇਦ, ਆਪਣੇ ਤਨ ਨੂੰ ਉਹ ਕਦੇ ਖੇਦ ਨਹੀਂ ਦਿੰਦਾ, ਆਪਣੇ ਸਰੀਰ ਨੂੰ ਕਦੇ ਕਸ਼ਟ ਨਹੀਂ ਦਿੰਦਾ, ਦੇਤ ਨਹਿ ਕਿਸੇ ਵੀ ਪ੍ਰਕਾਰ। ਉਹ ਬੈਠਾ ਦੁਕਾਨ ਦੇ ਉੱਤੇ, ਉਹਨੂੰ ਕਾਹਦਾ ਕਸ਼ਟ ਹੈ? ਉਹ ਬੈਠਾ ਹੋਇਆ ਦੁਕਾਨ ਦੇ ਉੱਤੇ ਬਿਨਾਂ ਆਪਣੇ ਸਰੀਰ ਨੂੰ ਕੋਈ ਖੇਦ ਦਿੱਤਿਆਂ ਉੱਥੇ ਮੌਜੂਦ ਹੈ। ਮੁਕਤਾ ਹੀਰੇ ਬਣ ਜੇ ਸੋਈ ਲਾਭ ਵਿਸ਼ਾਲ ਸਬਣਤੇ ਹੋਈ। ਤੇ ਉੱਥੇ ਬੈਠਾ ਹੀ ਹੀਰਿਆਂ ਦਾ ਵਪਾਰ ਕਰੀ ਜਾਂਦਾ ਹੈ, ਮੁਕਤਾਹਲ ਮੋਤੀਆਂ ਦਾ ਵਪਾਰ ਕਰੀ ਜਾਂਦਾ ਹੈ, ਕੀਮਤੀ ਰਤਨਾਂ ਦਾ ਵਪਾਰ ਕਰੀ ਜਾਂਦਾ ਹੈ, ਤੇ ਉਹਦੇ ਬਦਲੇ ਵਿੱਚ ਉਹਨੂੰ ਬਹੁਤ ਸਾਰਾ ਪ੍ਰੋਫਿਟ, ਬਹੁਤ ਸਾਰਾ ਲਾਭ ਉਹਨੂੰ ਮਿਲਦਾ ਹੈ ਔਰ ਵਿਸ਼ਾਲ ਧਨ ਉਹ ਪ੍ਰਾਪਤ ਕਰਦਾ ਹੈ। ਤਪ ਜੋ ਤਾਮਸੀ ਸ਼ਰਮ ਬਹੁ ਦੇਹੀ ਗਿਆਨ ਪ੍ਰਾਪਤ ਹੋਏ ਨਾ ਕੇਹੀ। ਇਸੇ ਤਰ੍ਹਾਂ ਸਾਹਿਬ ਜੀ ਕਹਿੰਦੇ ਵੀ ਜਿਹੜਾ ਤਾਮਸੀ ਤਪ, ਜਿਹੜਾ ਪਹਿਲਾਂ ਜ਼ਿਕਰ ਕੀਤਾ ਵੀ ਅੱਗ ਦੇ ਵਿੱਚ ਬਹਿ ਜਾਣਾ, ਠੰਡੇ ਪਾਣੀ ਵਿੱਚ ਖੜੋ ਜਾਣਾ, ਜਾਂ ਆਪਣੇ ਸਰੀਰ ਨੂੰ ਉਲਟੀਆਂ ਲਟਕਾ ਲੈਣਾ, ਜਾਂ ਭੁੱਖਿਆਂ ਰਹਿਣਾ, ਕੰਦ ਮੂਲ ਚੁਣ ਕੇ ਖਾਣਾ, ਵੀ ਇਹ ਤਪ ਇਨਸਾਨ ਕਰਦਾ ਹੈ। ਤਪ ਜੋ ਤਾਮਸੀ ਸ਼ਰਮ ਬਹੁਤ ਦੇਹੀ, ਉਹਨਾਂ ਦੇ ਵਿੱਚ ਮਿਹਨਤ ਬਹੁਤ ਹੈ, ਉਹਨਾਂ ਦੇ ਅੰਦਰ ਸ਼ਰਮ ਬਹੁਤ ਹੈ, ਪਰ ਉਹਨਾਂ ਤਪਾਂ ਦੇ ਨਾਲ ਕਦੇ ਗਿਆਨ ਹਾਸਲ ਨਹੀਂ ਹੁੰਦਾ, ਕਦੇ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ। ਕਥਾ ਕੀਰਤਨ ਪੜਨ ਸੁਣਨ ਤੇ ਦ੍ਰਿੜ ਉਪਾਸਨਾ ਹੋਤ ਗੁਣਨ ਤੇ। ਦੂਜੇ ਪਾਸੇ ਜੇ ਕਿਤੇ ਜੀਵ ਰਾਜਸੀ ਔਰ ਸਾਤਕੀ ਤਪ ਸਿੱਖ ਲਏ ਜਾਂ ਸਾਤਕੀ ਤਪ ਕਰੇ, ਉਹਦਾ ਭਾਵ ਕੀ ਸੀ? ਆਪਣੇ ਕੰਨਾਂ ਦੇ ਨਾਲ ਅਕਾਲ ਪੁਰਖ ਜੀ ਕੀ ਵਡਿਆਈ ਨੂੰ ਸੁਣਨਾ, ਆਪਣੀ ਜ਼ੁਬਾਨ ਨਾਲ ਰੱਬ ਜੀ ਕੀ ਵਡਿਆਈ ਨੂੰ ਪੜ੍ਹਨਾ, ਮਤਲਬ ਬੋਲਣਾ, ਆਪਣੀਆਂ ਅੱਖਾਂ ਦੇ ਨਾਲ ਰੱਬੀ ਪਿਆਰਿਆਂ ਦੇ ਦਰਸ਼ਨ ਕਰਨੇ। ਤੇ ਸੌਖੇ ਜਿਹੇ ਰੂਪ ਜਿਹੜਾ ਇੱਥੇ ਕਵੀ ਜੀ ਨੇ ਜ਼ਿਕਰ ਕੀਤਾ, ਕਹਿੰਦੇ ਜੇ ਉਹਦੇ ਬਦਲੇ, ਤਾਮਸੀ ਤਪ ਦੇ ਬਦਲੇ ਇਨਸਾਨ ਰੱਬੀ ਪਿਆਰਿਆਂ, ਰੱਬੀ ਜਿਹੜੀ ਵਡਿਆਈ ਹੈ, ਰੱਬੀ ਕੀਰਤਨ ਜਿਹੜਾ ਰੱਬ ਜੀ ਦੀ ਸ਼ੋਭਾ ਜੇ ਕਿਤੇ ਪੜ੍ਹਨ ਔਰ ਸੁਣਨ ਲੱਗ ਜਾਏ, ਤੇ ਆਪਣੇ ਮਨ ਅੰਦਰ ਦ੍ਰਿੜ ਕਰਕੇ ਉਹਦੀ ਉਪਾਸਨਾ, ਰੱਬ ਜੀ ਦੀ ਜਿਹੜੀ ਵਡਿਆਈ ਹੈ ਜਾਂ ਰੱਬ ਜੀ ਦੀ ਉਪਾਸਨਾ ਮਤਲਬ ਆਰਾਧਨਾ, ਅਕਾਲ ਪੁਰਖ ਪਰਮੇਸ਼ਵਰ ਜੀ ਕੀ ਜੇ ਆਰਾਧਨਾ ਕਰਨ ਲੱਗ ਜਾਵੇ। ਦੋਹਰਾ ਦ੍ਰਿੜ ਉਪਾਸਨਾ ਜਬ ਪਈ ਹੋਏ ਅਵਤ ਤਪ ਗਿਆਨ। ਤੇ ਜਦੋਂ ਉਹ ਉਸ ਉਪਾਸਨਾ ਨੂੰ ਕੇਵਲ ਹੁਣ ਉਪਾਸਨਾ ਕਰ ਨਹੀਂ ਰਿਹਾ, ਉਪਾਸਨਾ ਨੂੰ ਦ੍ਰਿੜ ਕਰ ਲਿਆ। ਇੱਕ ਹੈ ਕੇਵਲ ਪੂਜਾ ਕਰਨੀ, ਪਰ ਇੱਕ ਪੂਜਾ ਨੂੰ ਦ੍ਰਿੜ ਕਰ ਲੈਣਾ। ਬਹੁਤਾਤ ਅਸੀਂ ਵੇਖਦੇ ਹਾਂ ਕਿ ਪੂਜਾ ਕੀਤੀ ਜਾਂਦੀ ਹੈ, ਪੂਜਾ ਨੂੰ ਦ੍ਰਿੜ ਨਹੀਂ ਕੀਤਾ ਜਾਂਦਾ, ਮਤਲਬ ਉਹਦੀ ਆਰਾਧਨਾ ਕੀਤੀ ਜਾ ਰਹੀ ਹੈ, ਤੇ ਉਹ ਆਰਾਧਨਾ ਕੇਵਲ ਬਾਹਰੀ ਤੌਰ ਦੇ ਉੱਤੇ, ਸਰੀਰਕ ਤੌਰ ਦੇ ਉੱਤੇ ਹੈ। ਉਸ ਆਰਾਧਨਾ ਨੂੰ ਮਨ ਕਰਕੇ ਇਨਸਾਨ ਨੇ ਨਹੀਂ ਕੀਤਾ। ਤੇ ਜਿਹੜਾ ਮਨ ਕਰਕੇ ਆਰਾਧਨਾ ਨੂੰ ਦ੍ਰਿੜ ਕਰ ਲੈਂਦਾ ਹੈ, ਮਨ ਕਰਕੇ ਅਕਾਲ ਪੁਰਖ ਪਰਮੇਸ਼ਵਰ ਜੀ ਕੀ ਉਪਾਸਨਾ ਅੰਦਰ ਜੁੜ ਜਾਂਦਾ ਹੈ, ਤੇ ਸਾਹਿਬ ਕਹਿੰਦੇ ਫਿਰ ਉਹਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਤਾਂ ਤੇ ਤਪ ਇਹ ਸ਼ਾਂਤ ਕੀ ਲਾਭ ਬਹੁਤ ਪਹਿਚਾਨ। ਇਸ ਕਰਕੇ ਇਸ ਸ਼ਾਂਤ ਕੀ ਤਪ ਦਾ ਲਾਭ ਆਪ ਜੀ ਜ਼ਿਆਦਾ ਸਮਝੋ। ਤਾਮਸੀ ਤਪ ਵਿੱਚ ਮਿਹਨਤ ਜ਼ਿਆਦਾ ਹੈ ਪਰ ਗਿਆਨ ਦੀ ਪ੍ਰਾਪਤੀ ਨਹੀਂ, ਸ਼ਾਂਤ ਕੀ ਤਪ ਦੇ ਅੰਦਰ ਮਿਹਨਤ ਘੱਟ ਹੈ ਪਰ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਕਰਕੇ ਆਪ ਜੀ ਇਹਦਾ ਲਾਭ ਅਧਿਕ ਜਾਣੋ। ਚੌਪਈ ਇਸ ਵਿਦ ਸੁਣ ਮੰਗੋ ਗੁਰ ਬਚਣਾ, ਬਾਣੀ ਪੜਨ ਕੀਣ ਮਨ ਖਜਣਾ। ਇਸ ਤਰੀਕੇ ਸਤਿਗੁਰੂ ਜੀ ਦੇ ਬਚਨ ਸੁਣਦਿਆਂ ਹੋਇਆਂ ਭਾਈ ਮੰਗੋ ਜੀ ਨੇ ਆਪਣਾ ਮਨ ਗੁਰਬਾਣੀ ਦੇ ਅੰਦਰ ਜੋੜ ਲਿਆ, ਮਤਲਬ ਬਾਣੀ ਪੜਨ ਵਿੱਚ ਜੋੜ ਲਿਆ, ਤੇ ਬਾਣੀ ਦੇ ਅੰਦਰ ਆਪਣਾ ਮਨ ਲੀਨ ਕਰ ਲਿਆ। ਸਨਮੁਖ ਮਾਲੋ ਸੁਣ ਹੈ ਤਬ ਹੀ ਬੈਠ ਰਖੀਕ ਸੰਕੋਚੈ ਸਭ ਹੀ। ਔਰ ਦੂਜੇ ਪਾਸੇ ਭਾਈ ਮਾਲੋ ਜੀ ਜਿਹੜੇ ਨੇ, ਹੁਣ ਭਾਈ ਮੰਗੋ ਜੀ ਬਾਣੀ ਪੜ੍ਹਦੇ ਨੇ ਤੇ ਭਾਈ ਮਾਲੋ ਜੀ ਬਾਣੀ ਨੂੰ ਸੁਣਦੇ ਨੇ। ਦੋਵਾਂ ਜਣਿਆਂ ਨੇ ਇਸ ਤਰ੍ਹਾਂ ਸਤਿਗੁਰੂ ਜੀ ਦੇ ਪਾਵਨ ਬਚਨਾਂ ਨੂੰ ਕਮਾਉਂਦਿਆਂ, ਇੱਕ ਬਾਣੀ ਪੜ੍ਹਦਾ ਮਨ ਕਰਕੇ, ਦੂਜਾ ਆਪਣੇ ਇੰਦਰੀਆਂ ਨੂੰ ਰੋਕ ਕੇ ਗਿਆਨ ਔਰ ਕਰਮ ਇੰਦਰੀਆਂ ਨੂੰ ਸੰਕੋਚਦਿਆਂ ਹੋਇਆਂ ਤੇ ਮਨ ਕਰਕੇ ਗੁਰਬਾਣੀ ਨੂੰ ਸੁਣਦੇ ਹਨ। ਮਿਲ ਕੇ ਕੀਰਤਨ ਬਹੁਤ ਉਚਰਹੀ ਕਰ ਇਕਾਗਰਤਾ ਮਨ ਧਰਹੀ। ਇਸ ਤਰ੍ਹਾਂ ਦੋਵੇਂ ਜਣੇ ਮਿਲ ਕੇ ਗੁਰੂ ਨਾਨਕ ਸਾਹਿਬ ਜੀ ਦੇ ਦਰ ਉੱਤੇ ਬਹੁਤ ਕੀਰਤਨ, ਮਤਲਬ ਗੁਰੂ ਸਾਹਿਬ ਜੀ ਕੀ ਕੀਰਤੀ, ਅਕਾਲ ਪੁਰਖ ਪਰਮੇਸ਼ਵਰ ਜੀ ਦੀ ਵਡਿਆਈ ਨੂੰ ਗਾਉਂਦੇ ਨੇ, ਮਨ ਕਰਕੇ ਜੁੜ ਕੇ ਇਕਾਗਰਤਾ ਸਹਿਤ ਬਹੁਤ ਹੀ ਸੁੰਦਰ ਔਰ ਮਿਠਾਸ ਦੇ ਨਾਲ ਭਰੀ ਹੋਈ ਆਵਾਜ਼ ਅੰਦਰ ਉਹ ਅਕਾਲ ਪੁਰਖ ਪਰਮੇਸ਼ਵਰ ਜੀ ਦੀ ਕੀਰਤੀ ਗਾਉਂਦੇ ਹਨ। ਤਿਨ ਕੀ ਰਸਨਾ ਸਾਧ ਵਿਸ਼ਾਲਾ ਸੁਣਤ ਪ੍ਰੇਮ ਜਾਗੈ ਤਤਕਾਲਾ। ਔਰ ਜਿਹੜਾ ਉਹਨਾਂ ਦੀ ਰਸਨਾ ਤੋਂ ਹੁਣ ਸਤਿਗੁਰੂ ਜੀ ਕੀ ਪਾਵਨ ਬਾਣੀ ਦਾ ਕੀਰਤਨ ਸੁਣਦਾ ਹੈ, ਮਲਕ ਪਾਤਸ਼ਾਹ ਜੀ ਦੀ ਵਡਿਆਈ, ਅਕਾਲ ਪੁਰਖ ਜੀ ਕੀ ਸ਼ੋਭਾ ਨੂੰ ਸੁਣਦਾ ਹੈ, ਕਹਿੰਦੇ ਉਹ ਸੁਣ ਕੇ ਮੋਹਿਤ ਹੋ ਜਾਂਦਾ ਹੈ, ਤੇ ਉਹ ਸੁਣਨ ਵਾਲੇ ਦਾ ਚਿੱਤ ਵੀ ਉਸ ਅਕਾਲ ਦੇ ਨਾਲ ਜੁੜ ਜਾਂਦਾ ਹੈ। ਦੋਹਰਾ ਜੋ ਸਿੱਖ ਤਿਨ ਤੇ ਸੁਣਤ ਤਿਆਗੇ ਬ੍ਰਿੰਦ ਵਿਕਾਰ। ਜਿਹੜਾ ਸਿੱਖ ਉਹਨਾਂ ਦੇ ਕੋਲੋਂ ਸੁਣਦਾ ਹੈ ਗੁਰਬਾਣੀ ਨੂੰ, ਗੁਰੂ ਸਾਹਿਬ ਜੀ ਕੀ ਵਡਿਆਈ ਨੂੰ, ਉਹ ਵੀ ਆਪਣੇ ਜੀਵਨ ਦੇ ਵਿੱਚੋਂ ਵਿਕਾਰਾਂ ਦਾ ਤਿਆਗ ਕਰ ਜਾਂਦਾ ਹੈ। ਧਰਮ ਕ੍ਰਿਤ ਕਰ ਵੰਡ ਕੇ ਅਚਵੇ ਬੋਹਰ ਆਹਾਰ। ਤੇ ਇਹ ਦੋਵੇਂ ਜਣੇ ਹੁਣ ਧਰਮ ਦੀ ਕਿਰਤ ਕਰਦੇ ਨੇ, ਧਰਮ ਦੀ ਕਿਰਤ ਕਰਦਿਆਂ ਹੋਇਆਂ ਵੰਡ ਕੇ ਅਚਵੇਂ ਵੰਡ ਕੇ ਛਕਦੇ ਨੇ, ਤੇ ਵੰਡ ਕੇ ਛਕਦਿਆਂ ਹੋਇਆਂ ਆਹਾਰ ਇਸ ਤਰੀਕੇ ਆਪਣੇ ਘਰ ਦਾ ਗੁਜ਼ਾਰਾਨ ਕਰਦੇ ਹਨ। ਚੌਪਈ ਸਿੱਖ ਸੰਤ ਜਾਏ ਜੋ ਤਿਨ ਕੇ ਡੇਰੇ ਸੇਵਾ ਕਰਹੀ ਭਾਉ ਤੇ ਕਨੇਰੇ। ਜੇ ਕੋਈ ਇਹਨਾਂ ਦੇ ਘਰ, ਇਹਨਾਂ ਦੇ ਟਿਕਾਣੇ ਉੱਤੇ ਰੱਬੀ ਪਿਆਰਾ ਚੱਲ ਕੇ ਆ ਜਾਂਦਾ, ਕੋਈ ਸਿੱਖ ਚੱਲ ਕੇ ਆ ਜਾਏ, ਕੋਈ ਸੰਤ ਰੂਪ ਰੱਬੀ ਪਿਆਰਾ ਚੱਲ ਕੇ ਆ ਜਾਏ, ਤੇ ਉਹਦੀ ਸੇਵਾ ਬੜੇ ਭਾਉ ਦੇ ਨਾਲ ਤੇ ਬੜੇ ਪ੍ਰੇਮ ਦੇ ਨਾਲ ਇਹ ਕਮਾਉਂਦੇ ਹਨ। ਤਿਨ ਕੇ ਸਦਨ ਦੇਸ ਜਿਸ ਮਾਹੀ ਪਾ ਉਦਾਰ ਬਹੁ ਨਰਨਤ ਤਹਾਹੀ। ਔਰ ਕਹਿੰਦੇ ਜਿਸ ਇਲਾਕੇ ਦੇ ਅੰਦਰ ਇਹਨਾਂ ਦੋਵਾਂ ਦਾ ਅਸਥਾਨ, ਮਤਲਬ ਜਿੱਥੇ ਇਹਨਾਂ ਦਾ ਘਰ ਹੈ, ਜਿਸ ਨਗਰ ਦੇ ਇਹ ਰਹਿਣ ਵਾਲੇ ਨੇ, ਉਸ ਨਗਰ ਦੇ ਅੰਦਰ ਕਹਿੰਦੇ ਤਿਨ ਕੇ ਸਦਨ ਦੇਸ ਜਿਸ ਮਾਹੀ ਭਾ ਉਦਾਰ ਬਹੁ ਨਰਨ ਤਹਾਹੀ। ਉੱਥੇ ਉਹਨਾਂ ਦੇ ਜੀਵਨ ਨੂੰ ਵੇਖਦਿਆਂ ਹੋਇਆਂ ਕਈ ਮਨੁੱਖਾਂ ਨੇ ਉਹਨਾਂ ਦੇ ਜੀਵਨ ਤੋਂ ਜਾਂਚ ਹਾਸਲ ਕੀਤੀ, ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲਦਿਆਂ ਆਪਣਾ ਵੀ ਉਧਾਰ ਕਰ ਲਿਆ। ਜਬ ਜਬ ਆਵੇ ਹੈ ਦਰਸ਼ਨ ਹੇਤਾ ਸ਼ਬਦ ਪੜਤ ਨਰ ਬ੍ਰਿੰਦ ਸਮੇਤਾ। ਕਹਿੰਦੇ ਜਦੋਂ ਵੀ ਦਰਸ਼ਨ ਹੇਤ ਸਤਿਗੁਰੂ ਜੀ ਕੋਲ ਚੱਲ ਕੇ ਆਉਂਦੇ ਨੇ, ਤੇ ਉਹ ਗੁਰੂ ਪਾਤਸ਼ਾਹ ਜੀ ਦੇ ਦਰ ਤੇ ਆਉਂਦਿਆਂ ਹੋਇਆਂ ਸਤਿਗੁਰੂ ਜੀ ਕੀ ਪਾਵਨ ਬਾਣੀ ਨੂੰ ਗਾਉਂਦੇ ਆਉਂਦੇ ਹਨ। ਅਬ ਬੰਧਨ ਤੇ ਹੋਏ ਨਿਰਾਰੇ ਸੰਗੀ ਅਪਰ ਅਨੇਕ ਉਤਾਰੇ। ਤੇ ਇਸ ਤਰੀਕੇ ਸਤਿਗੁਰੂ ਜੀ ਕੀ ਬਾਣੀ ਨੂੰ ਗਾਉਂਦਿਆਂ, ਮਾਲਕ ਜੀ ਕੀ ਬਾਣੀ ਨੂੰ ਕਮਾਉਂਦਿਆਂ, ਸਤਿਗੁਰੂ ਜੀ ਕੀ ਸ਼ੋਭਾ ਗਾਉਂਦਿਆਂ, ਇਹਨਾਂ ਨੇ ਆਪਣੇ ਬੰਧਨ ਜਿਹੜੇ ਨਾ ਸੰਸਾਰਕ, ਉਹਨਾਂ ਤੋਂ ਖਲਾਸੀ ਹਾਸਲ ਕਰ ਲਈ, ਬੰਧਨਾਂ ਤੋਂ ਆਜ਼ਾਦੀ ਮਿਲ ਗਈ, ਔਰ ਇਹਨਾਂ ਦਾ ਸੰਗ ਕਰਨ ਵਾਲੇ ਜਿਹੜੇ ਉਹਨਾਂ ਦਾ ਵੀ ਉਧਾਰ ਹੋ ਗਿਆ। ਇੱਕ ਕਾਲੂ ਖਤਰੀ ਤਰ ਆਸਾ ਮਿਲਿਓ ਆਏ ਸ੍ਰੀ ਨਾਨਕ ਪਾਸਾ। ਹੁਣ ਇੱਕ ਨਾ ਭਾਈ ਕਾਲੂ ਨਾਮ ਦੇ ਸਿੱਖ ਨੇ, ਕਵੀ ਜੀ ਨੇ ਜ਼ਿਕਰ ਕੀਤਾ, ਇਹ ਵੀ ਖੱਤਰੀ ਧਰਮ ਦੇ ਨਾਲ ਸੰਬੰਧ ਰੱਖਣ ਵਾਲੇ ਨੇ। ਕਹਿੰਦੇ ਇਹ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਕੋਲ ਨਾ ਦਰਸ਼ਨਾਂ ਦੀ ਆਸ ਰੱਖ ਕੇ, ਦਰਸ਼ਨਾਂ ਦੀ ਲਾਲਸਾ ਰੱਖ ਕੇ ਚੱਲ ਆਉਂਦੇ ਹਨ। ਮੈਂ ਕਰ ਜੋਰ ਬੰਦਨਾ ਠਾਨੀ ਬੈਠ ਸਮੀਪ ਭਣੀ ਪੁਨ ਬਾਨੀ। ਔਰ ਇਹਨਾਂ ਨੇ ਵੀ ਆ ਕੇ, ਇਹ ਭਾਈ ਕਾਲੂ ਜੀ ਨੇ ਵੀ ਆ ਕੇ ਨਾ ਸਤਿਗੁਰੂ ਪਾਤਸ਼ਾਹ ਦੇ ਕੋਲ ਦੋਵੇਂ ਹੱਥ ਜੋੜੇ, ਤੇ ਦੋਵੇਂ ਹੱਥ ਜੋੜ ਕੇ ਤੇ ਗੁਰੂ ਸਾਹਿਬ ਜੀ ਕੋਲ ਇਹਨਾਂ ਨੇ ਬੰਦਨਾ ਕੀਤੀ, ਤੇ ਬੰਦਨਾ ਕਰਕੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਹੋ ਕੇ ਬੈਠ ਜਾਂਦੇ ਹਨ। ਸਨਮੁਖ ਮਨਮੁਖ ਲੱਛਣ ਜੇਈ ਕਰਨਾ ਕਰੋ ਉਚਾਰੋ ਦੇਈ। ਔਰ ਸਤਿਗੁਰੂ ਜੀ ਦੇ ਸਨਮੁਖ ਬਹਿ ਕੇ ਨਾ ਮਲਕ ਪਾਤਸ਼ਾਹ ਜੀ ਨੂੰ ਆਖਦੇ ਨੇ, ਆਪਣੇ ਮੁਖ ਤੋਂ ਬੋਲਦਿਆਂ ਹੋਇਆਂ ਵੀ ਸਤਿਗੁਰੂ ਜੀ ਟੁੱਟ ਕੇ ਆਪ ਜੀ ਕਿਰਪਾ ਕਰੋ ਵੀ ਮਨਮੁਖ ਦੇ ਲੱਛਣ ਕੀ ਨੇ, ਕਿਹਨੂੰ ਮਨਮੁਖ ਕਿਹਾ ਜਾਂਦਾ ਹੈ, ਕਿਰਪਾ ਕਰਕੇ ਨਾ ਆਪ ਜੀ ਹੁਣ ਉਚਾਰ ਕੇ ਦੱਸਣਾ ਕਰੋ ਵੀ ਇਹਨਾਂ ਲੱਛਣਾਂ ਤੋਂ, ਇਹਨਾਂ ਕਰਮਾਂ ਤੋਂ ਪਤਾ ਲੱਗ ਜਾਂਦਾ ਹੈ ਕਿ ਆ ਜੀਵ ਆਪਣੇ ਮਨ ਪਿੱਛੇ ਲੱਗ ਕੇ ਚੱਲਣ ਵਾਲਾ ਹੈ। ਸੁਣ ਕੇ ਸ੍ਰੀ ਗੁਰੂ ਗਿਰਾ ਅਲਾਈ ਕਲਮਲ ਤੇਜਨ ਕੰਡ ਫਿਰਾਈ। ਔਰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਉਹਨਾਂ ਦੀ ਬਾਣੀ ਨੂੰ, ਉਹਨਾਂ ਦੇ ਬਚਨਾਂ ਨੂੰ ਸੁਣਿਆ, ਤੇ ਮਾਲਕ ਜੀ ਜਵਾਬ ਦਿੰਦਿਆਂ ਹੋਇਆਂ ਆਪਣੀ ਰਸਨਾ ਤੋਂ ਬੋਲਦੇ ਨੇ, ਉਹ ਧੰਨ ਗੁਰੂ ਨਾਨਕ ਸਾਹਿਬ ਜੀ ਜਿਹੜੇ ਪਾਪਾਂ ਦਾ ਨਾਸ਼ ਕਰਨ ਵਾਲੇ ਹਨ। ਸੋ ਕ੍ਰਿਤ ਸਮੂਹ ਸਾਖੀ ਬ੍ਰਿਤ ਕੋ ਸੁਣਹਿ ਸ਼ਬਦ ਗੁਰ ਥਿਤ ਕਰ ਚਿਤ ਕੋ। ਔਰ ਆਖਿਆ ਕਹਿੰਦੇ ਸੁਕ੍ਰਿਤ ਸਮੂਹ ਸਾਖੀ ਬ੍ਰਿਤ ਕੋ, ਜਿਹੜਾ ਚੰਗੀ ਕਿਰਤ ਕਰੇ ਔਰ ਚੰਗੀ ਕਿਰਤ ਕਰਦਿਆਂ ਹੋਇਆਂ ਆਪਣੀ ਬਿਰਤੀ ਨੂੰ ਉੱਚਿਆਂ ਰੱਖੇ, ਔਰ ਸੁਣੇ ਸ਼ਬਦ ਗੁਰ ਥਿਤ ਕਰ ਚਿਤ ਕੋ, ਤੇ ਗੁਰੂ ਕੇ ਸ਼ਬਦ ਨੂੰ ਥਿਰ ਜਿਹੜਾ ਨਾ ਆਪਣੇ ਚਿੱਤ ਨੂੰ ਥਿਰ ਕਰਕੇ
ਗੁਰੂ ਕੇ ਸ਼ਬਦ ਨੂੰ ਸੁਣਨਾ ਕਰੇ। ਲਛਣ ਚਤੁਰ ਅਪਰਹਿ ਜੋਏ ਸੁਣੋ ਪ੍ਰੀਤ ਕਰ ਉਚਰੈ ਸੋਏ। ਇਹ ਲੱਛਣ ਜਿਹੜੇ ਚਤੁਰ ਨੇ, ਚਾਰ ਲੱਛਣ ਜਿਹੜੇ ਆਪ ਜੀ ਨੂੰ ਦੱਸੇ ਨੇ ਨਾ, ਇਹਨੂੰ ਹੁਣ ਆਪ ਜੀ ਸੁਣਨਾ ਕਰੋ, ਸਰਵਣ ਕਰੋ, ਜਿਹੜੇ ਲੱਛਣ ਅਸੀਂ ਆਪ ਜੀ ਨੂੰ ਦੱਸੇ ਹਨ। ਦੋਹਰਾ ਮੈਤਰੀਏ ਕਰੁਣਾ ਦਵੈ ਲਖੋ ਮੁਦਤਾ ਤੀਜੀ ਜਾਨ। ਤੇ ਸਭ ਤੋਂ ਪਹਿਲਾਂ ਫਿਰ ਆਖਿਆ ਕਹਿੰਦੇ ਮੈਤਰੀ ਹੈ, ਕਰਨਾ ਦਵੈ, ਸਭ ਤੋਂ ਪਹਿਲਾਂ ਮੈਤਰੀ ਹੈ, ਦੂਜੇ ਨੰਬਰ ਤੇ ਕਰੁਣਾ, ਤੀਜੇ ਨੰਬਰ ਦੇ ਉੱਤੇ ਕਿਹਾ ਮੁਦਤਾ। ਇਹ ਤਿੰਨਾਂ ਚੀਜ਼ਾਂ ਨੂੰ, ਮੈਤਰੀ ਦਾ ਮਤਲਬ ਮਿੱਤਰਤਾ, ਕਰੁਣਾ ਦਾ ਮਤਲਬ ਕਿਰਪਾ, ਔਰ ਮੁਦਤਾ ਦਾ ਮਤਲਬ ਜਿਹੜਾ ਕਵੀ ਜੀ ਜ਼ਿਕਰ ਕਰ ਰਹੇ ਉਹਦੇ ਵਿੱਚ ਕਵੀ ਜੀ ਆਖਰੇ ਕਹਿੰਦੇ ਵੀ ਮੁਦਤਾ ਦਾ ਮਤਲਬ ਖੁਸ਼ੀ, ਪ੍ਰਸੰਨਤਾ। ਇਹ ਤਿੰਨੋਂ ਚੀਜ਼ਾਂ ਨੂੰ ਜਾਣਨਾ ਕਰੋ। ਚਤੁਰ ਉਪੇਖਿਆ ਜਿਸ ਵਿਖੇ ਸਨਮੁਖ ਸੇ ਪਹਿਚਾਨ। ਔਰ ਚਤੁਰ ਨੰਬਰ ਦੇ ਉੱਤੇ ਉਪੇਖਾ, ਚਿੱਤ ਦਾ ਪਰੇ ਹਟਣਾ, ਮਤਲਬ ਚਿੱਤ ਦਾ ਰਾਗ ਦੋਖ ਤੋਂ ਪਰੇ ਕਰ ਲੈਣਾ, ਚਿੱਤ ਨੂੰ ਮੋਹ ਤੋਂ ਪਾਸੇ ਕਰ ਲੈਣਾ। ਚੌਥੇ ਨੰਬਰ ਦੇ ਉੱਤੇ ਉਪੇਖਾ ਜਿਸ ਵਿਖੇ ਕਹਿੰਦੇ ਜਿੰਦੇ ਵਿੱਚ ਆ ਚਾਰੋਂ ਚੀਜ਼ਾਂ ਨੇ। ਹੁਣ ਸਭ ਤੋਂ ਪਹਿਲਾਂ ਕੀ ਹੈ? ਮੈਤਰੀਆ, ਮਿੱਤਰਤਾ, ਦੂਜੇ ਨੰਬਰ ਦੇ ਉੱਤੇ ਕਰੁਣਾ, ਤੀਜੇ ਨੰਬਰ ਦੇ ਉੱਤੇ ਮੁਦਤਾ ਖੁਸ਼ੀ, ਚੌਥੇ ਨੰਬਰ ਦੇ ਉੱਤੇ ਉਪੇਖਿਆ ਮਤਲਬ ਚਿੱਤ ਦਾ ਵਿਕਾਰਾਂ ਤੋਂ ਪਾਸੇ ਹੋ ਜਾਣਾ। ਜਿਹਦੇ ਵਿੱਚ ਇਹ ਚਾਰ ਗੁਣ ਨੇ ਨਾ, ਉਹਨੂੰ ਕਹਿੰਦੇ ਸਨਮੁਖ ਆਪ ਜੀ ਜਾਣਨਾ ਕਰੋ। ਚੌਪਈ ਕਾਲੂ ਕਹਿਓ ਨਾ ਜਾਣਿਓ ਜਾਈ ਅਰਥ ਖੋੜ ਦੀ ਜੈ ਸਮਝਾਈ। ਹੁਣ ਭਾਈ ਕਾਲੂ ਜੀ ਨੇ ਸੁਣ ਲਿਆ, ਜਦੋਂ ਸੁਣਿਆ ਤੇ ਕਹਿੰਦੇ ਮਾਲਕ ਜੀ ਵੀ ਅਸੀਂ ਜੀਵ ਜਿਹੜੇ ਆ ਨਾ ਉਹ ਸੰਸਾਰਕ ਤਲ ਤੇ ਜਿਉਣ ਵਾਲੇ ਆ, ਵੀ ਆਪ ਜੀ ਦੇ ਕਹੇ ਹੋਏ ਬੋਲ ਨਾ ਸਾਡੀ ਮੱਤ ਤੋਂ ਬਹੁਤ ਵੱਡੇ ਨੇ, ਆਪ ਜੀ ਦੇ ਬੋਲ ਬੜੀ ਵਿਸ਼ਾਲਤਾ ਨਾਲ ਭਰੇ ਹੋਏ ਨੇ, ਤੇ ਆਪ ਜੀ ਕਿਰਪਾ ਕਰਕੇ ਨਾ ਹੁਣ ਸਮਝਾਉਣਾ ਕਰੋ। ਆਪ ਜੀ ਦੇ ਆਖੇ ਬੋਲ, ਆਪ ਜੀ ਇਹਨਾਂ ਨੂੰ ਚੰਗੇ ਤਰ੍ਹਾਂ ਵਿਖਿਆਨ ਰੂਪ ਵਿੱਚ ਸਮਝਾਉਂਦਿਆਂ ਹੋਇਆਂ, ਆਖਦਿਆਂ ਹੋਇਆਂ ਸਾਨੂੰ ਸਮਝਾਉਣਾ ਕਰੋ। ਸੁਣ ਸ਼੍ਰੀ ਮੁਖ ਸੋ ਬਚਨ ਅਲਾਇਆ ਮੈਤਰੀ ਅਰਥ ਮੀਤ ਸਮਝਾਇਆ। ਤੇ ਸਾਹਿਬ ਜੀ ਨੇ ਨਾ ਫਿਰ ਬਚਨ ਕਰਦਿਆਂ ਉੱਥੇ ਜਦੋਂ ਮੈਤਰੀ ਦਾ ਅਰਥ ਕੀਤਾ, ਮਾਲਕ ਜੀ ਨੇ ਉਹਨਾਂ ਦੇ ਬਚਨ ਸੁਣੇ ਵੀ ਇਹਨਾਂ ਚਾਰਾਂ ਦਾ ਮਤਲਬ ਕੀ ਆ ਉਹ ਸਮਝਾਓ। ਤੇ ਗੁਰੂ ਨਾਨਕ ਸਾਹਿਬ ਨੇ ਸਭ ਤੋਂ ਪਹਿਲਾਂ ਆਖਿਆ ਕਹਿੰਦੇ ਮੈਤਰੀ ਦਾ ਮਤਲਬ ਹੁੰਦਾ ਸਾਰਿਆਂ ਨੂੰ ਆਪਣਾ ਮੀਤ ਕਰਕੇ ਸਮਝਣਾ। ਸਭ ਕੋ ਮੀਤ ਹਮ ਆਪਣ ਕੀਨਾ ਹਮ ਸਭਨਾ ਕੇ ਸਾਜਨ। ਆਪਣੀ ਮਤ ਨੂੰ, ਆਪਣੀ ਸੁਰਤ ਨੂੰ ਇੱਥੇ ਟਿਕਾ ਲੈਣਾ ਵੀ ਸਾਰੇ ਦਾ ਸਾਰਾ ਸੰਸਾਰ ਹੀ ਸਾਡਾ ਮਿੱਤਰ ਹੈ। ਇਹ ਸਮਝ ਲੈਣਾ ਕਿ ਏਕ ਪਿਤਾ ਏਕ ਸਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ। ਉਸ ਅਕਾਲ ਪੁਰਖ ਪਰਮੇਸ਼ਵਰ ਜੀ ਦਾ ਆਪਣੇ ਆਪ ਨੂੰ ਪੁੱਤਰ ਧੀਆਂ ਜਾਣ ਲੈਣਾ, ਉਸੇ ਪਰਮੇਸ਼ਵਰ ਪਿਤਾ ਦੀ ਆਪਣੇ ਆਪ ਨੂੰ ਔਲਾਦ ਸਮਝ ਕੇ ਤੇ ਸਭਨਾਂ ਨਾਲ ਮਿੱਤਰ ਭਰਿਆ ਵਿਵਹਾਰ ਰੱਖਣਾ ਤੇ ਸਾਰਿਆਂ ਨਾਲ ਪ੍ਰੇਮ ਭਰਿਆ ਵਰਤਾਓ ਕਰਨਾ। ਇਕੈ ਸੁਖੀ ਕੇ ਹੋ ਨਿਜ ਸੁਖ ਜਾਣੈ ਪਰ ਸੁਖ ਦੇਖਣਾ ਇਰਕਾ ਠਾਣੇ। ਔਰ ਦੂਜੇ ਪਾਸੇ ਪਿਖੈ ਸੁਖੀ ਕਿਸੇ ਨਿਜ ਸੁਖ ਜਾਣੇ, ਕਹਿੰਦੇ ਕਿਸੇ ਨੂੰ ਸੁਖੀ ਵੇਖ ਕੇ ਦੁਖੀ ਨਹੀਂ ਹੋਣਾ, ਸਗੋਂ ਕਿਸੇ ਨੂੰ ਸੁਖੀ ਵੇਖ ਕੇ ਇਹ ਸਮਝਣਾ ਵੀ ਇਹ ਵੀ ਸੁਖ ਮੇਰਾ ਹੀ ਹੈ, ਸਗੋਂ ਉਹਦੀ ਖੁਸ਼ੀ ਵਿੱਚ ਖੁਸ਼ ਹੋਣਾ, ਉਹਨੂੰ ਸੁਖੀ ਵੇਖ ਕੇ ਆਪ ਸੁਖੀ ਹੋਣਾ। ਤੇ ਕਿਸੇ ਪਾਏ ਦਾ ਸੁਖ ਵੇਖ ਕੇ ਆਪਣੇ ਮਨ ਅੰਦਰ ਈਰਖਾ ਨਹੀਂ ਠਾਣਨੀ, ਆਪਣੇ ਮਨ ਅੰਦਰ ਕਿਸੇ ਤਰ੍ਹਾਂ ਦਾ ਵਿਰੋਧ ਨਹੀਂ ਠਾਣਨਾ, ਜਾਂ ਮਨ ਅੰਦਰ ਦੁਖੀ ਨਹੀਂ ਹੋਣਾ, ਸਗੋਂ ਦੂਜੇ ਦਾ ਸੁਖ ਵੇਖ ਕੇ ਆਪ ਵੀ ਸੁਖੀ ਹੋਣਾ, ਦੂਜੇ ਦੀ ਖੁਸ਼ੀ ਵੇਖ ਕੇ ਆਪ ਵੀ ਖੁਸ਼ ਹੋਣਾ ਚਾਹੀਦਾ। ਤੇ ਇਸੇ ਤਰ੍ਹਾਂ ਸੀ, ਪਰ ਅੱਜ ਦਾ ਸਮੇਂ ਔਰ ਜਦੋਂ ਹਾਲਾਤ ਨੂੰ ਵੇਖਦੇ ਆ ਨਾ, ਇਨਸਾਨ ਅੱਜ ਦਾ ਦੁਖੀ ਬਹੁਤ ਹੈ, ਪਰ ਜਦੋਂ ਇਹਦੇ ਦੁੱਖਾਂ ਦਾ ਕਾਰਨ ਪੁੱਛਦੇ ਆ, ਇਹਨਾਂ ਸ਼ਾਇਦ ਇਨਸਾਨ ਆਪਣੇ ਦੁੱਖਾਂ ਕਰਕੇ ਦੁਖੀ ਨਹੀਂ ਜਿੰਨਾ ਇਨਸਾਨ ਦੂਜੇ ਦੇ ਸੁੱਖਾਂ ਨੂੰ ਵੇਖ ਕੇ ਦੁਖੀ ਹੁੰਦਾ ਹੈ। ਇਨਸਾਨ ਆਪਣੀ ਗਮੀ ਕਰਕੇ ਇੰਨਾ ਗਮਗੀਨ ਨਹੀਂ ਜਿੰਨਾ ਕਿਸੇ ਦੂਜੇ ਦੀ ਖੁਸ਼ੀ ਵੇਖ ਕੇ ਗਮਗੀਨ ਹੋ ਜਾਂਦਾ ਹੈ। ਇਹ ਅੱਜ ਦੇ ਇਨਸਾਨ ਦਾ ਸੁਭਾਅ ਹੈ ਕਿ ਦੂਜੇ ਨੂੰ ਖੁਸ਼ ਵੇਖ ਕੇ ਆਪ ਦੁਖੀ ਹੋ ਜਾਣਾ, ਦੂਜੇ ਦਾ ਸੁੱਖ ਵੇਖ ਕੇ ਆਪ ਦੁੱਖ ਵਿੱਚ ਡੁੱਬ ਜਾਣਾ। ਤੇ ਉਦੋਂ ਨਾ ਤੇ ਆਪਣੇ ਦੁੱਖ ਇਹਨੂੰ ਵੱਡੇ ਲੱਗਦੇ ਨੇ, ਔਰ ਨਾ ਹੀ ਉਦੋਂ ਆਪਣੀ ਤਕਲੀਫ ਨਜ਼ਰ ਆਉਂਦੀ ਹੈ। ਉਦੋਂ ਤੇ ਸਿਰਫ ਦੂਜੇ ਦਾ ਸੁੱਖ ਵੇਖਦਾ ਹੋਇਆ ਆਪ ਹੀ ਦੁਖੀ ਹੋ ਹੀ ਜਾਂਦਾ ਹੈ। ਤੇ ਮਾਲਕ ਜੀ ਕਹਿੰਦੇ ਵੀ ਦੂਜੇ ਦਾ ਸੁੱਖ ਵੇਖ ਕੇ ਉਹਦੇ ਵਿੱਚ ਸੁਖੀ ਹੋ ਜਾਣਾ। ਵਿਦਿਆ ਕਿਦੋਂ ਦਰਬ ਨਿਜ ਪਾਸਾ ਤੇਸਰੋ ਪਰ ਕੋ ਦੇ ਸੁਖ ਰਾਸਾ। ਕਹਿੰਦੇ ਜੇ ਕੋਲੇ ਵਿਦਿਆ ਹੈ, ਵਿਦਿਆ ਦਾ ਧਨ ਹੈ, ਜਾਂ ਦੂਸਰਾ ਸੰਸਾਰਕ ਤੌਰ ਤੇ ਧਨ ਹੈ। ਅਕਸਰ ਜਦੋਂ ਵਿਦਿਆ ਦੀ ਬਾਤ ਆਉਂਦੀ ਹੈ ਨਾ, ਤੇ ਮਾਲਕ ਜੀ ਪਾਵਨ ਬਾਣੀ 'ਚ ਇੱਕ ਉਪਦੇਸ਼ ਦਿੰਦੇ, ਸਤਿਗੁਰੂ ਜੀ ਦਾ ਬਚਨ ਬੜਾ ਪਿਆਰਾ, ਕਹਿੰਦੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਇਹ ਬਹੁਤ ਵੱਡਾ ਸਿਧਾਂਤ ਸਤਿਗੁਰੂ ਜੀ ਦੇ ਰਹੇ ਵੀ ਜੇ ਅਸੀਂ ਵਿਦਿਆ ਵਿਚਾਰੀ ਹੈ ਆਪਣੇ ਜੀਵਨ ਦੇ ਵਿੱਚ, ਅਸੀਂ ਵਿਦਿਆ ਨੂੰ ਲਿਆ ਹੈ, ਗਿਆਨ ਹਾਸਲ ਕੀਤਾ ਹੈ, ਤੇ ਸਾਡੇ ਗਿਆਨ ਦਾ ਪ੍ਰਗਟਾਵਾ ਅਸੀਂ ਇਹ ਨਹੀਂ ਵੀ ਕਿਸੇ ਨੂੰ ਚਾਰ ਗੱਲਾਂ ਸੁਣਾ ਕੇ ਤੇ ਫੇਰ ਕਰਾਂਗੇ, ਜਾਂ ਕਿਸੇ ਦੇ ਅੱਗੇ ਅਸੀਂ ਆਪਣੀ ਚਲਾਕੀ ਤੇ ਆਪਣੀ ਚਤੁਰਾਈ ਵਿਖਾ ਕੇ ਤੇ ਫਿਰ ਸਾਬਤ ਕਰਾਂਗੇ ਵੀ ਮੈਂ ਤੇ ਬਹੁਤ ਵੱਡਾ ਪੜ੍ਹਿਆ ਲਿਖਿਆ ਤੇ ਬਹੁਤ ਵੱਡੀਆਂ ਡਿਗਰੀਆਂ ਮੇਰੇ ਕੋਲ ਨੇ। ਇਸ ਤਰ੍ਹਾਂ ਨਹੀਂ, ਸਾਹਿਬ ਜੀ ਨੇ ਬੜਾ ਸੌਖੀ ਜਿਹੀ ਕਸਵੱਟੀ ਦਿੱਤੀ ਵੀ ਵਿਦਿਆ ਵਿਚਾਰੀ ਹੋਈ ਦਾ ਪਤਾ ਲੱਗ ਜਾਂਦਾ ਇਨਸਾਨ ਦੀ ਪਰ ਉਪਕਾਰੀ ਬਿਰਤੀ ਤੋਂ। ਜੇ ਤੇ ਸੱਚਮੁੱਚ ਇਨਸਾਨ ਨੇ ਵਿਦਿਆ ਵਿਚਾਰੀ ਹੈ ਤੇ ਉਹਦੀ ਬਿਰਤੀ ਪਰ ਉਪਕਾਰ ਨਾਲ ਭਰ ਜਾਂਦੀ ਹੈ, ਉਹਦੀ ਬਿਰਤੀ ਦੂਜੇ ਦੇ ਭਲਾਈ ਵਿੱਚ ਦੂਜੇ ਦੇ ਭਲੇ ਨਾਲ ਜਾਂ ਦੂਜੇ ਦੀ ਭਲਾਈ ਵਿੱਚ ਲੱਗ ਜਾਂਦੀ ਹੈ। ਤੇ ਜੇ ਇਨਸਾਨ ਵਿਦਿਆ ਵਿਚਾਰਨ ਤੋਂ ਬਾਅਦ ਵਿੱਚ ਵੀ ਪਰ ਉਪਕਾਰੀ ਨਹੀਂ ਬਣ ਸਕਿਆ, ਤੇ ਖਿਆਲ ਰੱਖੀਏ ਉਹਦੀ ਵਿਦਿਆ ਵਿਚਾਰੀ ਨਾ ਵਿਚਾਰੀ ਇੱਕ ਬਰਾਬਰ ਹੈ। ਵਿਦਿਆ ਵਿਚਾਰਨ ਦਾ ਲਾਭ ਤਾਂ ਹੀ ਹੈ ਜੇ ਅਸੀਂ ਪਰ ਉਪਕਾਰ ਕਰਨ ਦੀ ਬਿਰਤੀ ਧਾਰੀ ਹੈ। ਪਰ ਅੱਜ ਜਦੋਂ ਵੇਖਦੇ ਹਾਂ ਉਦੋਂ ਵੀ ਇਸੇ ਤਰ੍ਹਾਂ ਨਜ਼ਰ ਆਉਂਦਾ ਹੈ ਕਿ ਅੱਜ ਦਾ ਇਨਸਾਨ ਵਿਦਿਆ ਵਿਚਾਰਦਾ ਹੈ ਪਰ ਉਪਕਾਰ ਕਰਨ ਵਾਸਤੇ ਨਹੀਂ। ਅੱਜ ਦਾ ਇਨਸਾਨ ਵਿਦਿਆ ਇਕੱਠੀ ਤੇ ਕਰਦਾ ਹੈ, ਗਿਆਨ ਇਕੱਠਾ ਤੇ ਕਰਦਾ ਹੈ, ਆਪਣੇ ਜੀਵਨ ਦੇ ਅੰਦਰ ਨੌਲੇਜ ਇਕੱਠੀ ਤੇ ਕਰਦਾ ਹੈ, ਪਰ ਉਹ ਦੂਜੇ ਉੱਤੇ ਪਰ ਉਪਕਾਰ ਕਰਨ ਵਾਸਤੇ ਨਹੀਂ, ਸਿਰਫ ਆਪਣੀਆਂ ਜ਼ਰੂਰਤਾਂ ਤੇ ਆਪਣੀਆਂ ਖੁਆਇਸ਼ਾਂ ਨੂੰ ਪੂਰੀਆਂ ਕਰਨ ਵਾਸਤੇ ਵੀ ਇਸ ਵਿਦਿਆ ਦੇ ਨਾਲ ਮੈਂ ਬਹੁਤ ਧਨ ਕਮਾਵਾਂਗਾ, ਬਹੁਤ ਸਾਰਾ ਧਨ ਦੌਲਤ ਜੋੜਾਂਗਾ, ਜਿਹਦੇ ਨਾਲ ਮੈਂ ਆਪਣੀਆਂ ਖੁਆਇਸ਼ਾਂ ਔਰ ਆਪਣੀਆਂ ਇੱਛਾਵਾਂ ਨੂੰ ਪੂਰੀਆਂ ਕਰਾਂਗਾ। ਚਾਹੀਦਾ ਤੇ ਇਹ ਸੀ ਵੀ ਜੇ ਮੈਂ ਵਿਦਿਆ ਵਿਚਾਰੀ ਹੈ ਤੇ ਫਿਰ ਮੇਰੀ ਮਤ ਐਸੀ ਪਰ ਉਪਕਾਰੀ ਬਣ ਜਾਂਦੀ ਵੀ ਜੇ ਕਿਤੇ ਲੋੜਵੰਦ ਨਜ਼ਰੀ ਆਵੇ ਤੇ ਉਦੋਂ ਮੈਂ ਆਪਣਾ ਇੱਛਾ ਜਾਂ ਆਪਣੀ ਜ਼ਰੂਰਤ ਮੁੱਖ ਨਾ ਰੱਖਾਂ, ਉਦੋਂ ਮੈਂ ਉਹਦੀ ਜ਼ਰੂਰਤ ਨੂੰ ਵੇਖਦਾ ਹੋਇਆ ਉਹਦੀ ਲੋੜ ਨੂੰ ਪੂਰੀਆਂ ਕਰਾਂ। ਫਿਰ ਤੇ ਭਲਾ ਸੀ ਕਿ ਮੈਂ ਆਪਣੇ ਜੀਵਨ ਅੰਦਰ ਵਿਦਿਆ ਨੂੰ ਵਿਚਾਰਿਆ ਹੈ। ਹੁਣ ਸਤਿਗੁਰੂ ਜੀ ਉੱਥੇ ਉਪਦੇਸ਼ ਦਿੰਦੇ ਆਖਰੇ ਕਹਿੰਦੇ ਭਾਵੇਂ ਹੋਵੇ ਕੋਲੇ ਗਿਆਨ ਰੂਪੀ ਧਨ ਤੇ ਭਾਵੇਂ ਹੋਵੇ ਕੋਲੇ ਸੰਸਾਰਕ ਧਨ, ਜਿਹੜੇ ਆਪਾਂ ਟਕੇ ਜਾਂ ਰੁਪਏ ਕਹਿ ਸਕਦੇ ਹਾਂ, ਇਹਨਾਂ ਦੋਵਾਂ ਚੀਜ਼ਾਂ ਨੂੰ ਪਰ ਉਪਕਾਰ ਵਾਸਤੇ ਵਰਤੇ, ਭਾਵ ਦੂਜੇ ਨੂੰ ਦੇਣ ਤੋਂ ਕਦੇ ਗੁਰੇਜ਼ ਨਾ ਕਰੇ, ਨਾ ਕਿਸੇ ਦੀ ਸਹਾਇਤਾ ਨੂੰ ਧਨ ਦੇਣ ਲੱਗਿਆਂ ਗੁਰੇਜ਼ ਕਰੇ, ਔਰ ਨਾ ਹੀ ਕਦੇ ਆਪਣੇ ਕੋਲ ਜਿਹੜਾ ਗਿਆਨ ਹੈ ਉਹ ਗਿਆਨ ਕਿਸੇ ਨੂੰ ਦੇਣ ਲੱਗਿਆਂ ਗੁਰੇਜ਼ ਕਰੇ। ਜਿਤਨਾ ਵੀ ਗਿਆਨ ਹੈ, ਜਿਤਨੀ ਵੀ ਸੋਝੀ ਹੈ, ਉਹ ਕਿਸੇ ਦੂਜੇ ਨੂੰ ਦੇਣ ਦੀ ਵੀ ਮਨ ਅੰਦਰ ਭਾਵਨਾ ਰੱਖੇ। ਦੋਹਰਾ ਕਰਤ ਭਲਾਈ ਮੀਤ ਸੋ ਤਿਉ ਕੀਜੈ ਸਭ ਸੰਗ। ਜਿਵੇਂ ਇੱਕ ਇਨਸਾਨ ਆਪਣੇ ਮਿੱਤਰ ਦੇ ਨਾਲ ਭਲਾਈ ਕਰਦਾ ਹੈ, ਆਪਣੇ ਮਿੱਤਰ ਲਈ ਭਲਾ ਲੋਚਦਾ ਹੈ, ਗੁਰੂ ਸਾਹਿਬ ਕਹਿੰਦੇ ਉਸੇ ਤਰ੍ਹਾਂ ਸਾਰੇ ਦੇ ਸਾਰੇ ਸੰਸਾਰ ਵਾਸਤੇ ਭਲਾ ਲੋਚੇ। ਕਿਉਂਕਿ ਇਨਸਾਨੀ ਬਿਰਤੀ ਜਿਹੜੀ ਹੈ ਉਹ ਦੋ ਭਾਵਾਂ ਵਿੱਚ ਵਿਚਰਦੀ ਹੈ। ਜਿਹੜਾ ਮਿੱਤਰ ਹੈ ਉਹਦਾ ਤੇ ਸਦਾ ਹੀ ਭਲਾ ਲੋਚੀ ਜਾਂਦਾ ਹੈ, ਤੇ ਜਿਹੜਾ ਵੈਰੀ ਹੈ ਉਹਦਾ ਸਦਾ ਹੀ ਬੁਰਾ ਲੋਚਦਾ ਹੈ। ਉਹਦਾ ਕਦੇ ਚੰਗਾ ਨਹੀਂ ਮੰਗਿਆ, ਉਹਦਾ ਜੇ ਚੰਗਾ ਹੁੰਦਾ ਵੀ ਹੋਏਗਾ ਤੇ ਇਨਸਾਨ ਫਿਰ ਕਹਿ ਦਿੰਦਾ ਵੀ ਰੱਬਾ ਇਹਦਾ ਚੰਗਾ ਕਿਉਂ, ਮੇਰੇ ਮਿੱਤਰ ਦਾ ਚੰਗਾ ਕਿਉਂ ਨਹੀਂ, ਜਾਂ ਮੇਰਾ ਚੰਗਾ ਕਿਉਂ ਨਹੀਂ, ਇਹ ਮੇਰੇ ਵੈਰੀ ਦਾ ਜਾਂ ਮੇਰੇ ਦੁਸ਼ਮਣ ਦਾ ਚੰਗਾ ਕਿਉਂ। ਉਦੋਂ ਇਨਸਾਨੀ ਬਿਰਤੀ ਇੱਥੇ ਆ ਜਾਂਦੀ ਹੈ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਜਿਵੇਂ ਇੱਕ ਇਨਸਾਨ ਹਮੇਸ਼ਾ ਸਦੀਵ ਆਪਣੇ ਮਿੱਤਰ ਦਾ ਭਲਾ ਲੋਚਦਾ ਹੈ, ਉਦਾਂ ਸਾਰੇ ਦੇ ਸਾਰੇ ਸਮਾਜ ਵਾਸਤੇ ਭਲਾ ਲੋਚੇ। ਮੈਤਰੀ ਕੇ ਲੱਛਣ ਇਹ ਹੈ ਕਰੇ ਨਾ ਕਿਹ ਮਨ ਭੰਗ। ਇਹ ਹੈ ਮੈਤਰੀ ਦਾ ਲੱਛਣ, ਇਹ ਹੈ ਮਿੱਤਰਤਾ ਦਾ ਲੱਛਣ। ਸਭਨਾਂ ਨਾਲ ਮੀਤ
ਭਾਵ ਰੱਖਣਾ, ਸਭਨਾਂ ਨਾਲ ਪ੍ਰੇਮ ਭਾਵ ਰੱਖਣਾ, ਕਹਿੰਦੇ ਇਹ ਹੈ ਮੈਤਰੀ ਦਾ ਲੱਛਣ ਜਿਹੜਾ ਆਪਣੇ ਜੀਵਨ ਅੰਦਰ ਇਹਨੂੰ ਅਪਣਾ ਲੈਂਦਾ ਹੈ। ਚੌਪਈ ਨਿਜ ਤੇ ਵਿਦਿਆ ਕਹਿ ਤਨ ਮਾਹੀ ਕੈਬਲ ਵਿਖੇ ਕੇ ਮਤ ਲਗ ਆਹੀ। ਔਰ ਫਿਰ ਆਖਿਆ ਕਹਿੰਦੇ ਨਿਜ ਤੇ ਵਿਦਿਆ ਕਹਿ ਤਨ ਮਾਹੀ, ਕਹਿੰਦੇ ਨਿਜ ਆਪਣੀ ਵਿਦਿਆ ਜਾਂ ਆਪਣਾ ਧਨ ਜਿਹੜਾ ਕੈਬਲ ਵਿਖੇ ਕੇ ਮਤ ਲਗ ਆਹੀ, ਕਿਉਂਕਿ ਜਦੋਂ ਇਹ ਚੀਜ਼ਾਂ ਜਾਂ ਕੋਲੇ ਬਲ, ਕੋਲੇ ਵਿਦਿਆ, ਕੋਲੇ ਧਨ ਤੇ ਕੋਲੇ ਬਲ ਹੋਵੇ ਨਾ, ਇਹਨਾਂ ਦੇ ਵਿੱਚ ਆ ਕੇ ਜੇ ਇਨਸਾਨ ਜਿਹੜਾ ਉਹ ਛੋਟੀ ਮਤ ਦਾ ਪਾਤਰ ਹੈ ਜਾਂ ਉਹਦੀ ਮਤ ਚੰਗੀ ਨਹੀਂ ਹੈ, ਤਿਨ ਕੋ ਅਨੁਜ ਆਤਮ ਜਨ ਆਈ ਕਰ ਸਹਾਇਤਾ ਦੇ ਬਧਾਈ। ਸਗੋਂ ਆਪਣੇ ਜੇ ਕਿਤੇ ਮਤ ਥੋੜੀ ਕਿਸੇ ਕੋਲ ਨਜ਼ਰ ਆਵੇ, ਕਿਸੇ ਕੋਲ ਗਿਆਨ ਥੋੜਾ ਨਜ਼ਰ ਆਵੇ, ਕਿਸੇ ਕੋਲ ਧਨ ਥੋੜਾ ਨਜ਼ਰ ਆਵੇ, ਤੇ ਉਸ ਵਕਤ ਉਹਦੀ ਸਹਾਇਤਾ ਕਰਦਿਆਂ ਹੋਇਆਂ ਉਹਦੇ 'ਚ ਵਾਧਾ ਕੀਤਾ ਜਾਏ। ਕਿਸੇ ਨੂੰ ਧਨ ਦੀ ਲੋੜ ਹੈ ਉਹਨੂੰ ਧਨ ਦਿੱਤਾ ਜਾਏ, ਕਿਸੇ ਨੂੰ ਗਿਆਨ ਦੀ ਲੋੜ ਹੈ ਉਹਨੂੰ ਗਿਆਨ ਦਿੱਤਾ ਜਾਏ, ਤੇ ਜੇ ਕਿਸੇ ਨੂੰ ਬਲ ਦੀ ਸਹਾਇਤਾ ਦੀ ਲੋੜ ਹੈ ਤੇ ਉਹਨੂੰ ਬਲ ਰੂਪ ਦੇ ਕੇ ਸਹਾਇਤਾ ਉਹਦੀ ਕੀਤੀ ਜਾਵੇ। ਲਗ ਕੋ ਦੇਖ ਗਰਬ ਨਹਿ ਕਰਹੀ ਇਸ ਕੋ ਕਰੁਣਾ ਸੰਤ ਉਚਰਹੀ। ਕਿਸੇ ਲੱਗ ਨੂੰ ਵੇਖ ਕੇ, ਕਿਸੇ ਛੋਟੇ ਨੂੰ ਵੇਖ ਕੇ ਆਪ ਗਰਬ ਨਹੀਂ ਕਰਨਾ, ਆਪ ਹੰਕਾਰੀ ਨਹੀਂ ਹੋ ਜਾਣਾ, ਸਗੋਂ ਛੋਟੇ ਨੂੰ ਵੇਖ ਕੇ ਉਹਦੇ ਉੱਤੇ ਕਰੁਣਾ ਕਰਨੀ, ਉਹਦੇ ਉੱਤੇ ਕਿਰਪਾ ਕਰਨੀ ਵੀ ਕੋਈ ਨੇ ਜੇ ਮੇਰੇ ਤੋਂ ਛੋਟਾ ਹੈ ਤੇ ਮੇਰਾ ਫਰਜ਼ ਬਣਦਾ ਵੀ ਮੈਂ ਇਹਨੂੰ ਵੱਡਿਆਂ ਕਰਾਂ ਜਾਂ ਇਹਨੂੰ ਆਪਣੇ ਬਰਾਬਰ ਦੀ ਨਿਗਾਹ ਨਾਲ ਬਰਾਬਰਤਾ ਨਾਲ ਵੇਖਾਂ। ਕਹਿੰਦੇ ਇਹਨੂੰ ਜਿਹੜੇ ਰੱਬੀ ਪਿਆਰੇ ਨੇ ਨਾ ਉਹ ਕਰੁਣਾ ਕਹਿੰਦੇ ਨੇ, ਕਿਰਪਾ ਦਇਆ ਆਖਦੇ ਹਨ। ਜੇ ਉਹ ਤਰਹਿ ਤਰਹਿ ਪਵ ਸੇਈ ਸਨਮੁਖ ਨਾਮ ਲਖੋ ਤੁਮ ਤੇਈ। ਜੇ ਕੋਈ ਇਸ ਤਰ੍ਹਾਂ ਕਰੁਣਾ ਆਪਣੇ ਮਨ ਦੇ ਅੰਦਰ ਧਾਰਨ ਕਰ ਲੈਂਦਾ ਹੈ, ਜੇ ਉਹ ਤਰਹਿ ਭਵ ਸੇਈ, ਉਹੀ ਭਵ ਸਾਗਰ ਤਰਦੇ ਨੇ, ਔਰ ਸਨਮੁਖ ਨਾਮ ਕਹਿੰਦੇ ਉਹਨਾਂ ਦਾ ਹੀ ਸਨਮੁਖ ਨਾਮ ਜਿਹੜਾ ਉਹ ਜਾਣਨਾ ਕਰੋ। ਨਿਜ ਤੇ ਵਿਦਿਆ ਕੇ ਗੁਣ ਮਾਹੀ ਦੀਰਘ ਦੇਖ ਦੁਖੈ ਨਹਿ ਕਾਹੀ। ਇਹ ਨਹੀਂ ਵੀ ਆਪਣੇ ਤੋਂ ਕੋਈ ਵੱਡਾ ਨਜ਼ਰ ਆ ਜਾਏ, ਨਿਜ ਤੇ ਨਿਜ ਮਤਲਬ ਆਪਣੇ ਤੋਂ, ਵਿਦਿਆ ਕੈ ਗੁਣ ਮਾਹੀ, ਜੇ ਕੋਈ ਗਿਆਨ ਦੇ ਗੁਣ ਵਿੱਚ ਵੱਡਾ ਹੈ, ਕਿਸੇ ਕੋਲ ਗਿਆਨ ਵਧੇਕ ਹੈ, ਤੇ ਕਹਿੰਦੇ ਉਹਨੂੰ ਵੇਖ ਕੇ ਦੁਖੀ ਨਹੀਂ ਹੋਣਾ ਜਾਂ ਉਹਨੂੰ ਵੇਖ ਕੇ ਆਪ ਹਿਰਦੇ ਅੰਦਰ ਈਰਖਾ ਜਾਂ ਸਾੜਾ ਨਹੀਂ ਰੱਖਣਾ। ਤਿਨ ਕੀ ਸੁਣੇ ਪ੍ਰਸ਼ੰਸਾ ਕਾਣ ਹਰਖ ਮਾਨ ਹੋਏ ਸੇ ਮਤਵਾਨ। ਸਗੋਂ ਉਹਨਾਂ ਦੀ ਪ੍ਰਸ਼ੰਸਾ ਸੁਣ ਕੇ, ਉਹਨਾਂ ਦੀ ਵਡਿਆਈ ਸੁਣ ਕੇ ਤੇ ਆਪ ਹਰਖਵਾਨ ਹੋਣਾ, ਆਪ ਖੁਸ਼ ਹੋਣਾ। ਮਤਲਬ ਜੇ ਕੋਈ ਆਪਣੇ ਸਾਹਮਣੇ ਕਿਸੇ ਦੂਜੇ ਦੀ ਪ੍ਰਸ਼ੰਸਾ ਕਰੇ ਤੇ ਉਹ ਪ੍ਰਸ਼ੰਸਾ ਸੁਣ ਕੇ ਦੁਖੀ ਨਹੀਂ ਹੋਣਾ, ਉਹ ਪ੍ਰਸ਼ੰਸਾ ਸੁਣ ਕੇ ਅੰਦਰ ਈਰਖਾ ਨਹੀਂ ਰੱਖਣੀ, ਸਗੋਂ ਉਹਦੀ ਪ੍ਰਸ਼ੰਸਾ ਸੁਣ ਕੇ ਆਪ ਹਰਖਵਾਨ ਹੋਣਾ। ਦੋਹਰਾ ਜੈਸੇ ਪਿਤ ਗੁਰ ਦੇਵ ਕੋ ਸੁਣ ਜਸ ਹੋਤ ਪ੍ਰਸੰਨ। ਠੀਕ ਉਸੇ ਤਰ੍ਹਾਂ ਜਿਵੇਂ ਆਪਣੇ ਪਿਤਾ ਦਾ ਜਸ ਸੁਣ ਕੇ, ਆਪਣੇ ਪਿਤਾ ਦੀ ਵਡਿਆਈ ਸੁਣ ਕੇ ਇੱਕ ਪੁੱਤਰ ਪ੍ਰਸੰਨ ਹੁੰਦਾ ਹੈ, ਕਹਿੰਦੇ ਉਸੇ ਤਰ੍ਹਾਂ ਦੂਜੇ ਦੀ ਵਡਿਆਈ ਸੁਣ ਕੇ ਆਪ ਪ੍ਰਸੰਨ ਹੋਣਾ। ਤਿਉ ਹਰਿਖੈ ਮੁਖ ਸੇਕ ਹੈ ਵਾਹਿਗੁਰੂ ਨਿਤ ਧਨ। ਤੇ ਇਸੇ ਤਰ੍ਹਾਂ ਕਹਿੰਦੇ ਜਿਹੜਾ ਜੀਵ ਕਿਸੇ ਦੀ ਵਡਿਆਈ ਸੁਣ ਕੇ ਆਪ ਹਰਖ ਵਿੱਚ ਹੁੰਦਾ ਹੈ, ਆਪ ਖੁਸ਼ ਹੁੰਦਾ ਹੈ, ਉਹ ਫਿਰ ਨਿਤਾ ਪ੍ਰਤੀ ਉਸ ਅਕਾਲ ਪੁਰਖ ਪਰਮੇਸ਼ਵਰ ਦੀ ਨਦਰ ਦਾ ਪਾਤਰ ਬਣਦਾ ਹੈ। ਚੌਪਈ ਜਿਨ ਇਸ ਵਿਦ ਕੇ ਮਨ ਜੋ ਉਪਾਏ ਤਨ ਪ੍ਰਭੂ ਕਹਿ ਉਰਹਰ ਖਾਏ। ਸਗੋਂ ਇਹ ਆਖੇ ਵੀ ਜਿਸ ਮਾਲਕ ਨੇ ਐਸੇ ਮਨੁੱਖ ਪੈਦਾ ਕੀਤੇ ਨੇ, ਐਸੇ ਮਨੁੱਖਾਂ ਨੂੰ ਸਿਰਜਿਆ ਹੈ, ਉਹ ਪ੍ਰਭੂ ਧਨ ਹੈ, ਉਹ ਪ੍ਰਭੂ ਵਡਿਆਉਣ ਯੋਗ ਸਲਾਹੁਣ ਯੋਗ ਹੈ। ਇਹ ਬਾਤ ਆਖਦਿਆਂ ਆਪਣੇ ਹਿਰਦੇ ਵਿੱਚ ਪ੍ਰਸੰਨ ਹੋਵੇ। ਅਸ ਲਖ ਕੇ ਨਿੰਦਾ ਨਹਿ ਜੋ ਹੈ ਮਦਤਾ ਨਾਮ ਇਸੀ ਕੋ ਹੈ। ਕਹਿੰਦੇ ਇਸ ਤਰ੍ਹਾਂ ਜਾਣ ਕੇ ਤੇ ਨਿੰਦਿਆ ਨਹੀਂ ਕਰਨੀ। ਇਹ ਨਹੀਂ ਵੀ ਕਿਸੇ ਦੀ ਵਡਿਆਈ ਸੁਣੀ, ਕਿਸੇ ਦੀ ਸ਼ੋਭਾ ਸੁਣੀ ਤੇ ਆਪਣੇ ਮਨ ਅੰਦਰ ਈਰਖਾ ਰੱਖਦਿਆਂ ਹੋਇਆਂ ਹੁਣ ਉਹਦੇ ਮਾੜੇ ਗੁਣ ਆਖਣ ਲੱਗ ਜਾਣਾ ਜਾਂ ਉਹਦੀ ਨਿੰਦਿਆ ਕਰਨ ਲੱਗ ਜਾਣਾ ਜਾਂ ਉਹਨੂੰ ਕਿਸੇ ਤਰ੍ਹਾਂ ਬੁਰਾ ਭਲਾ ਬੋਲਣ ਲੱਗ ਜਾਣਾ। ਕਹਿੰਦੇ ਇਸ ਤਰ੍ਹਾਂ ਨਹੀਂ ਕਰਨਾ, ਔਰ ਉਹਦੇ ਬਦਲੇ ਸਗੋਂ ਪ੍ਰਸੰਨ ਹੋਣਾ, ਖੁਸ਼ ਹੋਣਾ। ਮੁਦਤਾ ਨਾਮ ਇਸੀ ਕੋ ਹੈ, ਕਹਿੰਦੇ ਇਸੇ ਨੂੰ ਮੁਦਤਾ ਕਹਿੰਦੇ ਨੇ, ਇਸੇ ਨੂੰ ਖੁਸ਼ੀ ਆਖਦੇ ਹਨ। ਆਪਣੀ ਮਤ ਕਰ ਬਚ ਅਨੁਸਾਰ ਦੇ ਉਪਦੇਸ਼ ਸਭਨ ਸੁਖਕਾਰ। ਇਸ ਤਰੀਕੇ ਨਾਲ ਆਪਣੀ ਮਤ ਗੁਰ ਬਚ ਅਨੁਸਾਰ, ਗੁਰੂ ਜੀ ਨੇ ਆਪਣੀ ਮਤ ਅਨੁਸਾਰੀ ਉੱਥੇ ਬਚਨ ਆਖਦਿਆਂ ਹੋਇਆਂ ਇਸ ਤਰ੍ਹਾਂ ਸਾਹਿਬ ਨੇ ਉਪਦੇਸ਼ ਦਿੰਦਿਆਂ ਸਭਨਾਂ ਨੂੰ ਸੁਖ ਬਖਸ਼ਿਸ਼ ਕੀਤਾ। ਜੋ ਮੰਨੈ ਤੇ ਕੋਪਨ ਦੇਹ ਅਨਮੰਨੇ ਸੋ ਹਠ ਨਾ ਕਰੇ। ਜਿਵੇਂ ਸਤਿਗੁਰੂ ਜੀ ਇਸ ਤਰ੍ਹਾਂ ਉਪਦੇਸ਼ ਦੇ ਰਹੇ, ਹੁਣ ਮਾਲਕ ਪਾਤਸ਼ਾਹ ਜਦੋਂ ਚੌਥੇ ਰੂਪ ਦਾ ਜ਼ਿਕਰ ਕਰਦੇ, ਉਪੇਖਿਆ ਦਾ ਜਦੋਂ ਸਾਹਿਬ ਨੇ ਜ਼ਿਕਰ ਕੀਤਾ ਤੇ ਉਹਦਾ ਜ਼ਿਕਰ ਕਰਦਿਆਂ ਆਖਦੇ, ਕਹਿੰਦੇ ਜੇ ਕੋਈ ਆਪਣੀ ਮਤ ਅਨੁਸਾਰੀ ਸਾਨੂੰ ਸਮਝਾਵੇ, ਸਾਨੂੰ ਕੋਈ ਸਿੱਖਿਆ ਦੇਵੇ, ਤੇ ਉਸ ਵਕਤ ਜਾਂ ਕਿਤੇ ਅਸੀਂ ਆਪਣੀ ਮਤ ਨਾਲ ਕਿਸੇ ਨੂੰ ਸਿੱਖਿਆ ਦਈਏ ਨਾ, ਤੇ ਸੁਣਨ ਵਾਲਾ ਜੇ ਕਿਤੇ ਮੰਨ ਲਏ ਤੇ ਕਹਿੰਦੇ ਉਹ ਉਹਦਾ ਭਲਾ, ਤੇ ਉਹਨੂੰ ਹੋਰ ਉਦੋਂ ਬਾਅਦ ਚ ਸਿੱਖਿਆ ਦੇਵੇ। ਤੇ ਜੇ ਕੋਈ ਨਾ ਮੰਨੇ ਨਾ, ਤੇ ਫਿਰ ਉੱਥੇ ਹਿਰਦੇ ਅੰਦਰ ਈਰਖਾ ਜਾਂ ਹਿਰਦੇ ਅੰਦਰ ਕ੍ਰੋਧ ਨਹੀਂ ਰੱਖ ਲੈਣਾ। ਜਿੰਨੇ ਨਹੀਂ ਮੰਨਿਆ ਉਹ ਉਹਦੀ ਇੱਛਾ ਜਾਂ ਉਹਦੇ ਮਨ ਦੀ ਇੱਛਾ, ਕਹਿੰਦੇ ਫਿਰ ਉੱਥੇ ਹੱਠ ਨਹੀਂ ਕਰਨਾ, ਉੱਥੇ ਜਿੱਦ ਨਹੀਂ ਕਰਨੀ ਕਿ ਮੈਂ ਤੈਨੂੰ ਇਹੋ ਉਪਦੇਸ਼ ਦੇਣਾ ਹੈ। ਦੋਹਰਾ ਪਰਾ ਲਬਦ ਇਸ ਕੀ ਨਹੀਂ ਅਸ ਜਾਣੇ ਮਨ ਮਾਹੇ। ਤੇ ਇਸ ਤਰੀਕੇ ਆਪਣੇ ਮਨ ਅੰਦਰ ਜਾਣ ਲੈਣਾ ਵੀ ਇਹ ਇਸ ਗੁਣ ਨੂੰ ਲੈਣ ਦੇ ਕਾਬਲ ਹੀ ਨਹੀਂ ਹੈ, ਇਹ ਇਹਦਾ ਮੁੱਲ, ਇਹਦੀ ਕੀਮਤ ਨੂੰ ਜਾਣਦਾ ਹੀ ਨਹੀਂ। ਇਸ ਤਰ੍ਹਾਂ ਆਪਣੇ ਮਨ ਨੂੰ ਸਮਝਾ ਲੈਣਾ। ਦੂਸ਼ਣ ਦੇਸੋ ਹੋਏ ਰਹਿ ਨਾਮ ਉਪੇਖਿਆ ਤਾਹੇ। ਤੇ ਉੱਥੇ ਚੁੱਪ ਧਾਰਨ ਕਰ ਜਾਣੀ, ਚੁੱਪ ਧਾਰਨ ਕਰਕੇ ਤੇ ਉਸ ਵਕਤ ਉਹਦੇ ਨਾਲ ਕੋਈ ਕ੍ਰੋਧ ਜਾਂ ਕੋਈ ਈਰਖਾ ਨਹੀਂ ਜਤਾਉਣੀ, ਤੇ ਇਸੇ ਨੂੰ ਸਾਹਿਬ ਕਹਿੰਦੇ ਉਪੇਖਿਆ ਜਾਂ ਉਪੇਖਾ ਦਾ ਨਾਮ ਦਿੱਤਾ ਜਾਂਦਾ ਹੈ। ਚੌਪਈ ਮਨ ਕੋ ਕਹਿਓ ਕਰਤ ਹੈ ਜੋਈ ਹਵੈ ਮਨਮੁਖ ਪਹਿਚਾਨੋ ਸੋਈ। ਇਹ ਤੇ ਸੀ ਸਨਮੁਖ ਦੀ ਬਾਤ, ਜਿਹੜੇ ਸਨਮੁਖ ਨੇ। ਫਿਰ ਉਦੋਂ ਬਾਅਦ ਚ ਮਾਲਕ ਜੀ ਨੇ ਮਨਮੁਖਾਂ ਦਾ ਜ਼ਿਕਰ ਕੀਤਾ, ਕਹਿੰਦੇ ਇਹਨਾਂ ਤੋਂ ਬਿਨਾਂ ਜਿਹੜਾ ਬੰਦਾ ਮਨ ਕੋ ਕਹਿਓ ਕਰਤ ਹੈ ਜੋਈ, ਜਿਹੜਾ ਮਨ ਦਾ ਕਿਆ ਹੋਇਆ ਕਰਦਾ ਹੈ, ਵੀ ਜਿਵੇਂ ਮਨ ਨੇ ਆਖਿਆ ਉਵੇਂ ਕਰ ਲਿਆ, ਉਹਨੂੰ ਕਹਿੰਦੇ ਨੇ ਮਨਮੁਖ। ਉਹਨੂੰ ਤੁਸੀਂ ਮਨਮੁਖ ਪਹਿਚਾਨਣਾ ਕਰੋ। ਤਾਂ ਤੇ ਤੁਮ ਸਨਮੁਖ ਨਿਤ ਰਹੀਏ ਨਾਮ ਜਤਾਰ ਊਚਪਤ ਲਈਏ। ਇਸ ਲਈ ਮਨ ਪਿੱਛੇ ਲੱਗ ਕੇ ਨਹੀਂ ਚੱਲਣਾ ਜਾਂ ਮਨ ਦੀ ਮੰਨ ਕੇ ਨਹੀਂ ਚੱਲਣਾ, ਹਮੇਸ਼ਾ ਸਨਮੁਖ ਹੋ ਕੇ ਚੱਲਣਾ ਹੈ। ਤੇ ਸਨਮੁਖ ਹੋ ਕੇ ਜਦੋਂ ਰਵੋਗੇ ਤੇ ਕਹਿੰਦੇ ਫਿਰ ਨਿਤਾ ਪ੍ਰਤੀ ਅਕਾਲ ਪੁਰਖ ਪਰਮੇਸ਼ਵਰ ਚਿੱਤ ਵਿੱਚ ਆਵੇਗਾ। ਇਸ ਵਿਦ ਸ੍ਰੀ ਗੁਰੂ ਬਚਨ ਸੋ ਸੁਣ ਕੇ ਵਰਤਿਓ ਤਿਸ ਪ੍ਰਕਾਰ ਮਨ ਗੁਣ ਕੇ। ਇਸ ਤਰ੍ਹਾਂ ਸਤਿਗੁਰੂ ਜੀ ਕੇ ਬਚਨ ਉੱਥੇ ਭਾਈ ਕਾਲੂ ਜੀ ਨੇ ਸੁਣੇ ਤੇ ਸੁਣ ਕੇ ਨਾ ਮਾਲਕ ਜੀ ਦੇ ਬਚਨ ਤੇ ਆਪਣੇ ਮਨ ਦੇ ਅੰਦਰ ਉਹਨਾਂ ਸਾਰੇ ਗੁਣਾਂ ਨੂੰ ਵਿਚਾਰਦੇ ਹਨ। ਇਉਂ ਕਾਲੂ ਕੋ ਭਾਨੀ ਸਤਾਰੇ ਮਿਲੇ ਸੋ ਨਰ ਤੇ ਸੋ ਉਦਾਰੇ। ਇਸ ਤਰੀਕੇ ਕਹਿੰਦੇ ਵੀ ਭਾਈ ਕਾਲੂ ਜੀ ਨੇ ਗੁਰੂ ਸਾਹਿਬ ਜੀ ਦੇ ਉਪਦੇਸ਼ਾਂ ਨੂੰ ਮੰਨਦਿਆਂ ਹੋਇਆਂ ਆਪਣੇ ਜੀਵਨ ਅੰਦਰ ਉਹ ਉਪਦੇਸ਼ ਅਪਣਾ ਲਏ। ਤੇ ਹੁਣ ਜਿਹੜਾ ਵੀ ਮਨੁੱਖ ਭਾਈ ਕਾਲੂ ਜੀ ਨੂੰ ਮਿਲਦਾ ਹੈ, ਉਹ ਵੀ ਮਿਲਣ ਵਾਲਾ ਉਹਦਾ ਵੀ ਉਧਾਰ ਹੋ ਜਾਂਦਾ ਹੈ। ਭਾਉ ਧਾਰ ਜੇ ਨਰ ਗੁਰ ਦਰਸੇ ਬਚਨ ਸੁਣੇ ਪਦ ਪੰਕਜ ਪਰਸੇ। ਜਿਹੜਾ ਪ੍ਰੇਮ ਧਾਰਨ ਕਰਕੇ ਆਪਣੇ ਹਿਰਦੇ ਦੇ ਅੰਦਰ ਗੁਰੂ ਪਾਤਸ਼ਾਹ ਦੇ ਦਰਸ਼ਨ ਕਰਦਾ ਹੈ, ਗੁਰੂ ਸਾਹਿਬ ਦੇ ਦਰਸ਼ਨ ਕਰਦਾ ਹੋਇਆ ਮਾਲਕ ਜੀ ਦੇ ਬਚਨ ਸੁਣਦਾ ਹੈ, ਸਤਿਗੁਰੂ ਜੀ ਦੇ ਪਾਵਨ ਚਰਨਾਂ ਕਮਲਾਂ ਨੂੰ ਪਰਸਦਾ ਹੈ, ਭਾਵ ਗੁਰੂ ਪਾਤਸ਼ਾਹ ਅੱਗੇ ਜਿਹੜਾ ਨਿਭ ਜਾਂਦਾ ਹੈ। ਸੇ ਉਦਰੇ ਸੰਗ ਬਿੰਦ ਉਧਾਰੇ ਤਿੰਨ ਪਰ ਕਵ ਸਦੀਵ ਬਲਹਾਰੇ। ਤੇ ਕਹਿੰਦੇ ਉਹ ਜੀਵ ਆਪ ਵੀ ਤਰ ਜਾਂਦਾ ਹੈ, ਆਪਣੇ ਨਾਲ ਕਈਆਂ ਨੂੰ ਤਾਰ ਲੈਂਦਾ ਹੈ। ਤੇ ਐਸੇ ਜੀਵ ਤੋਂ ਕਵੀ ਜੀ ਕਹਿੰਦੇ ਵੀ ਮੈਂ ਨਿਤਾ ਪ੍ਰਤੀ ਬਲਿਹਾਰ ਜਾਣਾ, ਜਿਹੜਾ ਧੰਨ ਗੁਰੂ ਨਾਨਕ ਸਾਹਿਬ ਜੀ ਅੱਗੇ ਆਪਣਾ ਆਪਾ ਨਿਭਾ ਲੈਂਦਾ ਹੈ। ਪੁਨ ਇੱਕ ਦਿਨ
ਧਰਮਸ਼ਾਲਾ ਮਾਹੀ ਬੈਠੇ ਪ੍ਰਭੂ ਸਿੱਖ ਬੋਹ ਜਾਹੀ। ਇਸ ਤਰੀਕੇ ਫਿਰ ਆਖਿਆ ਕਹਿੰਦੇ ਇੱਕ ਦਿਨ ਧੰਨ ਗੁਰੂ ਨਾਨਕ ਸਾਹਿਬ ਜੀ ਧਰਮਸ਼ਾਲਾ ਵਿੱਚ ਬੈਠੇ ਹੋਏ ਨੇ। ਮਾਲਕ ਪਾਤਸ਼ਾਹ ਜੀ ਕੋਲ ਬਹੁਤ ਸਿੱਖ ਚੱਲ ਕੇ ਆਉਂਦੇ ਨੇ ਜਿਹੜੇ ਨਿਤਾ ਪ੍ਰਤੀ ਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਹਨ। ਮਿਰਦੁਲ ਮਦਰ ਕੀਰਤਨ ਤੁਨ ਹੋਤੀ ਸੁਣਤ ਸਰੋਤ ਹਵੈ ਸੁਮਤ ਉਦੋਤੀ। ਤੇ ਨਿਤਾ ਪ੍ਰਤੀ ਧਰਮਸ਼ਾਲਾ ਦੇ ਅੰਦਰ ਗੁਰਬਾਣੀ ਦਾ ਕੀਰਤਨ ਹੁੰਦਾ ਹੈ। ਬਹੁਤ ਸੁੰਦਰ ਆਵਾਜ਼ ਦੇ ਅੰਦਰ ਮਿਠਾਸ ਭਰੀ ਆਵਾਜ਼ ਦੇ ਨਾਲ ਕੀਰਤਨ ਗਾਉਣ ਵਾਲੇ ਕੀਰਤਨ ਗਾਉਂਦੇ ਨੇ ਔਰ ਬੜੀ ਪਿਆਰੀ ਧੁਨ ਬੜੀ ਪਿਆਰੀ ਆਵਾਜ਼ ਤੇ ਮਿੱਠੀ ਆਵਾਜ਼ ਉੱਥੋਂ ਉੱਠਦੀ ਹੈ। ਸੁਨਤ ਸਰੋਤ ਹਵੈ ਸੁਮਤ ਉਦੋਤ ਕਹਿੰਦੇ ਜਿਹੜਾ ਆਪਣੇ ਕੰਨਾਂ ਦੇ ਨਾਲ ਉਸ ਕੀਰਤਨ ਨੂੰ ਅਕਾਲ ਪੁਰਖ ਜੀ ਕੀ ਵਡਿਆਈ ਨੂੰ ਸੁਣਦਾ ਹੈ ਉਹ ਚੰਗੀ ਮੱਤ ਦਾ ਪਾਤਰ ਬਣ ਜਾਂਦਾ ਹੈ। ਉਹਦੀ ਮੱਤ ਵੀ ਉਹਦਾ ਹੋ ਜਾਂਦੀ ਹੈ, ਭਾਵ ਉਹਦੀ ਮੱਤ ਵੀ ਵਿਸ਼ਾਲਤਾ ਦੇ ਨਾਲ ਚੰਗੀ ਸੋਚ ਦੇ ਵਾਲੀ ਬਣ ਜਾਂਦੀ ਹੈ। ਦੋਹਰਾ ਖਤਰੀ ਭਗਤਾ ਉਹਰੀ ਜਾਪੂ ਵੰਸੀ ਦੋਏ। ਤੇ ਇਹ ਸਾਹਿਬ ਜੀ ਦੇ ਕੋਲ ਜਿੱਥੇ ਕੀਰਤਨ ਸੁਣਨ ਲਈ ਸੰਗਤਾਂ ਆਉਂਦੀਆਂ ਨੇ ਉੱਥੇ ਦੋ ਸਿੱਖਾਂ ਦਾ ਫਿਰ ਜ਼ਿਕਰ ਕੀਤਾ। ਇੱਕ ਤੇ ਕਵੀ ਜੀ ਆਖਦੇ ਭਾਈ ਭਗਤਾ ਜੀ, ਉਹ ਚੱਲ ਕੇ ਆਏ ਭਾਈ ਭਗਤਾ ਉਹਰੀ ਜੀ, ਔਰ ਦੂਜੇ ਨੰਬਰ ਦੇ ਉੱਤੇ ਭਾਈ ਜਾਪੂ ਵੰਸੀ ਜੀ। ਇਹ ਦੋਵੇਂ ਸਿੱਖ ਚੱਲ ਕੇ ਸਤਿਗੁਰੂ ਜੀ ਕੋਲ ਆਉਂਦੇ ਹਨ। ਬੰਧਨ ਕਰ ਹਰਿ ਕੇ ਹਿਰਦੇ ਮਗਨ ਪ੍ਰੇਮ ਮੈਂ ਹੋਏ। ਇਹ ਦੋਵੇਂ ਜਣੇ ਨਾ ਸਤਿਗੁਰੂ ਜੀ ਦੇ ਪ੍ਰੇਮ ਵਿੱਚ ਬੜੇ ਮਗਨ ਨੇ, ਗੁਰੂ ਪਾਤਸ਼ਾਹ ਜੀ ਦੇ ਪਿਆਰ ਵਿੱਚ ਭਿੱਜੇ ਹੋਏ ਨੇ, ਹਿਰਦੇ ਕਰਕੇ ਬੜੇ ਪ੍ਰਸੰਨ ਨੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ। ਮਾਲਕ ਜੀ ਦੇ ਦਰਸ਼ਨ ਕਰਦਿਆਂ ਇਹਨਾਂ ਨੇ ਦੋਵੇਂ ਹੱਥ ਸਤਿਗੁਰੂ ਜੀ ਅੱਗੇ ਜੋੜਦਿਆਂ ਸਾਹਿਬ ਜੀ ਅੱਗੇ ਆਪਣੇ ਸੀਸ ਨਿਵਾਉਣੇ ਕੀਤੇ। ਚੌਪਈ ਠਾਂਡੇ ਹੋਏ ਕੀਣ ਅਰਦਾਸ ਤੁਮਰੋ ਦਰਸ਼ਨ ਗਿਆਨ ਪ੍ਰਕਾਸ਼। ਤੇ ਸਤਿਗੁਰੂ ਜੀ ਦੇ ਸਨਮੁਖ ਠਾਂਡੇ ਮਤਲਬ ਖੜੇ ਹੋਣਾ, ਖੜੇ ਹੋ ਕੇ ਗੁਰੂ ਸਾਹਿਬ ਜੀ ਅੱਗੇ ਇਹਨਾਂ ਅਰਦਾਸ ਕੀਤੀ ਤੇ ਅਰਦਾਸ ਕਰਦਿਆਂ ਹੋਇਆਂ ਆਖਦੇ ਕਹਿੰਦੇ ਤੁਹਾਡੇ ਦਰਸ਼ਨਾਂ ਦੇ ਨਾਲ ਗਿਆਨ ਦਾ ਪ੍ਰਕਾਸ਼ ਹੁੰਦਾ ਹੈ। ਵਿਦਿਆ ਵਿਖੇ ਨਿਪੁੰਨ ਜੋ ਨਰ ਹੈ ਸਦਾ ਵਿਚਾਰ ਕਰਤੇ ਤਰ ਹੈ। ਤੇ ਜਿਹੜਾ ਜੀਵ ਵਿਦਿਆ ਦੇ ਵਿੱਚ ਨਿਪੁੰਨ ਹੈ, ਗਿਆਨ ਦੇ ਵਿੱਚ ਨਿਪੁੰਨ ਹੈ, ਤੇ ਕਹਿੰਦੇ ਜੇ ਉਹ ਸ਼ਬਦ ਦੀ ਗਿਆਨ ਦੀ ਵਿਚਾਰ ਕਰੇ ਤੇ ਵਿਚਾਰ ਕਰਦਿਆਂ ਹੋਇਆਂ ਉਹ ਭਵਜਲ ਸਾਗਰ ਤੋਂ ਤਰ ਜਾਂਦਾ ਹੈ। ਹਮਕੋ ਵਿਦਿਆਹੀਨ ਪਛਾਨੋ ਜੋ ਉਦਾਰ ਹੋਵੇ ਤਿਉ ਸੋ ਬਖਾਨੋ। ਤੇ ਸਾਨੂੰ ਨਾ ਤੁਸੀਂ ਵਿਦਿਆ ਤੋਂ ਹੀਣ ਸਮਝੋ, ਗਿਆਨ ਤੋਂ ਸਖਣੇ ਸਮਝੋ ਤੇ ਕਿਰਪਾ ਕਰਕੇ ਸਾਡੀ ਝੋਲੀ ਵਿੱਚ ਗਿਆਨ ਪਾਵੋ ਤੇ ਵੈਸਾ ਗਿਆਨ ਪਾਓ, ਐਸੀ ਮਤ ਦੇ ਕੇ ਨਿਵਾਜੋ, ਐਸੇ ਬਚਨ ਆਖ ਕੇ ਆਪ ਜੀ ਉਪਦੇਸ਼ ਦੇਵੋ ਜਿਹਦੇ ਨਾਲ ਮਤ ਵੀ ਗਿਆਨਵਾਨ ਬਣ ਜਾਏ ਤੇ ਸਾਡਾ ਵੀ ਉਧਾਰ ਹੋ ਜਾਵੇ। ਸੁਣ ਕੇ ਬੋਲੇ ਸ੍ਰੀ ਗੁਰੂ ਤਬਹੀ ਮਨਮੁਖ ਕਰਮ ਤਜੋ ਜੇ ਸਭ ਹੀ। ਤੇ ਗੁਰੂ ਪਾਤਸ਼ਾਹ ਜੀ ਨੇ ਉੱਥੇ ਬਚਨ ਸੁਣ ਕੇ ਨਾ ਉਹਨਾਂ ਦੇ ਤੇ ਜਵਾਬ ਦਿੰਦਿਆਂ ਆਖਿਆ ਕਹਿੰਦੇ ਜੇ ਐਸਾ ਗਿਆਨ ਤੇ ਐਸਾ ਉਪਦੇਸ਼ ਚਾਹੁੰਦੇ ਹੋ ਨਾ ਤੇ ਇਉਂ ਕਰੋ, ਮਨਮੁਖਾਂ ਵਾਲੇ ਜਿੰਨੇ ਕਰਮ ਨੇ ਉਹਨਾਂ ਸਾਰੇ ਕਰਮਾਂ ਨੂੰ ਛੱਡ ਦੇਵੋ। ਤਬ ਹੋਵੇ ਕਲਿਆਣ ਤੁਮਾਰਾ ਬੋਹ ਨਾ ਪਾਵੋਗੇ ਸੰਸਾਰਾ। ਤੇ ਜਦੋਂ ਉਹ ਮਨਮੁਖਾਂ ਵਾਲੇ ਸਾਰੇ ਕਰਮ ਛੱਡ ਦੇਵੋਗੇ ਤੇ ਕਹਿੰਦੇ ਫਿਰ ਤੁਹਾਡਾ ਕਲਿਆਣ ਹੋ ਜਾਏਗਾ ਤੇ ਮੁੜ ਕੇ ਕਦੇ ਵੀ ਤੁਹਾਨੂੰ ਸੰਸਾਰ ਦੇ ਅੰਦਰ ਜੰਮਣਾ ਔਰ ਮਰਨਾ ਨਹੀਂ ਪਵੇਗਾ। ਪ੍ਰਸ਼ਨ ਕੀਨ ਤਿਨ ਦਵੈ ਕਰ ਜੋਰੈ ਮਨਮੁਖ ਕਰਮ ਕਹੋ ਜੋ ਸ਼ੋਰੈ। ਤੇ ਸਤਿਗੁਰੂ ਜੀ ਅੱਗੇ ਫਿਰ ਦੋਵਾਂ ਨੇ ਹੱਥ ਜੋੜੇ ਤੇ ਹੱਥ ਜੋੜਦਿਆਂ ਮਾਲਕ ਨੂੰ ਆਖਦੇ ਵੀ ਹੁਣ ਕਿਰਪਾ ਕਰਕੇ ਇਹ ਵੀ ਦੱਸੋ ਵੀ ਕਿਹੜੇ ਮਨਮੁਖਾਂ ਵਾਲੇ ਕਰਮ ਨੇ ਜਿਨ੍ਹਾਂ ਦਾ ਅਸੀਂ ਤਿਆਗ ਕਰਨਾ ਹੈ, ਜਿਨ੍ਹਾਂ ਨੂੰ ਛੱਡਣ ਦੇ ਨਾਲ ਉਧਾਰ ਹੋ ਜਾਂਦਾ ਹੈ। ਅਬ ਸ੍ਰੀ ਗੁਰੂ ਸਗਰੀ ਬਿਦ ਬਰਣੀ ਹਿਰਦੇ ਈਰਖਾ ਸਭ ਸੋ ਕਰਨੀ। ਤੇ ਸਤਿਗੁਰੂ ਜੀ ਨੇ ਫਿਰ ਸਾਰੇ ਦੇ ਸਾਰੇ ਮਨਮੁਖਾਂ ਵਾਲੇ ਜਿਹੜੇ ਕਰਮ ਨੇ ਨਾ ਉਹਨਾਂ ਦਾ ਜ਼ਿਕਰ ਕੀਤਾ ਤੇ ਸਭ ਤੋਂ ਪਹਿਲਾਂ ਜ਼ਿਕਰ ਕਰਦਿਆਂ ਹੋਇਆ ਨਾ ਗੁਰੂ ਸਾਹਿਬ ਜੀ ਆਖਦੇ ਰਹਿਦਾ ਈਰਖਾ ਸਭ ਸੋ ਕਰਨੀ। ਸਭ ਤੋਂ ਪਹਿਲਾਂ ਮਨਮੁਖਾਂ ਵਾਲਾ ਕਰਮ ਵੀ ਆਪਣੇ ਆਪ ਨੂੰ ਚੰਗਾ ਸਮਝਣਾ ਤੇ ਦੂਜਿਆਂ ਦੇ ਲਈ ਆਪਣੇ ਮਨ ਅੰਦਰ ਹਰ ਵਕਤ ਈਰਖਾ ਰੱਖਣੀ। ਜਗਤ ਪਦਾਰਥ ਸੁਖ ਜੇ ਸਾਰੇ ਸਭ ਕੇ ਮਿਟ ਕਰ ਹੋ ਹਮਾਰੇ। ਕਹਿੰਦੇ ਉਹ ਛੱਡੋ ਤੇ ਜਿੱਥੇ ਜਗਤ ਦੇ ਜਿੰਨੇ ਪਦਾਰਥ ਨੇ ਜਾਂ ਜਗਤ ਦੀਆਂ ਜਿੰਨੀਆਂ ਵਸਤੂਆਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਵਸਤੂਆਂ ਤੇ ਪਦਾਰਥਾਂ ਦਾ ਮੋਹ ਛੱਡ ਕੇ ਉਹਨਾਂ ਨੂੰ ਤਿਆਗ ਕੇ ਉਦੋਂ ਬਾਅਦ ਵਿੱਚ ਫਿਰ ਸਾਡੇ ਕੋਲ ਹੋ ਆਵੋ ਜਾਂ ਸਾਡੇ ਬਣ ਜਾਵੋ। ਸਦਨ ਵਿਭੂਤ ਅਪਰ ਕੋ ਦੇਖੀ ਪੀਰਾ ਪਾਵੇ ਹਿਰਦੇ ਵਿਸੇਖੀ। ਔਰ ਸਦਨ ਦੇ ਅੰਦਰ ਜਿੰਨੀਆਂ ਵਸਤੂਆਂ ਨੇ ਜਾਂ ਜੋ ਵੀ ਪਦਾਰਥ ਹੈ ਜਾਂ ਦੂਸਰੇ ਦੇ ਘਰਾਂ ਵੱਲ ਵੇਖ ਕੇ, ਕਿਉਂਕਿ ਆਪਣੇ ਘਰ ਦੀਆਂ ਵਸਤੂਆਂ ਨੂੰ ਵੀ ਨਾਸ਼ਵਾਨ ਸਮਝਣਾ, ਉਹਨਾਂ ਨੂੰ ਵੀ ਨਾਸ਼ ਹੋ ਜਾਣ ਵਾਲੀਆਂ ਜਾਣਨਾ, ਔਰ ਦੂਜਿਆਂ ਦੇ ਘਰ ਦੀ ਦੌਲਤ ਜਾਂ ਧਨ ਵੇਖ ਕੇ ਜਿਹੜਾ ਇਨਸਾਨ ਆਪਣੇ ਮਨ ਅੰਦਰ ਦੁੱਖ ਪਾਉਂਦਾ ਹੈ। ਸਰਬ ਨਰਨ ਕੋ ਸਤਰ ਜਾਣੇ ਸੰਗਣਾ ਕਿਸੇ ਭਲਾਈ ਠਾਣੇ। ਤੇ ਸਾਰਿਆਂ ਨੂੰ ਹੀ ਆਪਣਾ ਦੁਸ਼ਮਣ ਸਮਝੇ, ਸਾਰਿਆਂ ਨੂੰ ਹੀ ਆਪਣਾ ਵੈਰੀ ਸਮਝੇ। ਮਨਮੁਖਾਂ ਵਾਲੇ ਕਰਮ ਸਤਿਗੁਰੂ ਦੱਸ ਰਹੇ ਸਭ ਤੋਂ ਪਹਿਲਾਂ ਸਾਰਿਆਂ ਨਾਲ ਈਰਖਾ ਕਰਨੀ, ਦੂਜੇ ਨੰਬਰ ਦੇ ਉੱਤੇ ਫਿਰ ਦੂਜਿਆਂ ਦਾ ਧਨ ਵੇਖ ਕੇ ਆਪ ਦੁਖੀ ਹੋਣਾ, ਦੂਜਿਆਂ ਨੂੰ ਖੁਸ਼ ਵੇਖ ਕੇ ਆਪ ਦੁਖੀ ਹੋ ਜਾਣਾ ਜਾਂ ਗਮ ਦੇ ਵਿੱਚ ਡੁੱਬ ਜਾਣਾ, ਤੀਜੇ ਨੰਬਰ ਦੇ ਉੱਤੇ ਹਰ ਬੰਦੇ ਨੂੰ ਆਪਣਾ ਦੁਸ਼ਮਣ ਸਮਝਣਾ ਤੇ ਦੁਸ਼ਮਣ ਸਮਝਦਿਆਂ ਹੋਇਆਂ ਕਿਸੇ ਦਾ ਵੀ ਭਲਾ ਨਾ ਲੋਚਣਾ, ਕਿਸੇ ਦਾ ਵੀ ਚੰਗਾ ਨਾ ਸੋਚਣਾ, ਹਰ ਇੱਕ ਦੇ ਲਈ ਮਾੜਾ ਸੋਚਣਾ ਤੇ ਮਾੜਾ ਹੀ ਕਰਨਾ। ਦੋਹਰਾ ਇੱਕ ਮਨਮੁਖ ਕੋ ਕਰਮ ਇਹ ਤਿਆਗਿਓ ਉਰਦੇ ਸੋਏ। ਇੱਕ ਤੇ ਮਨਮੁਖ ਦਾ ਕਰਮ ਇਹ ਹੈ ਜਿਹੜਾ ਸਭ ਤੋਂ ਪਹਿਲਾਂ ਜ਼ਿਕਰ ਕੀਤਾ, ਕਹਿੰਦੇ ਇਹਦਾ ਜੇ ਤੁਸੀਂ ਤਿਆਗ ਕਰ ਦੇਵੋ। ਦੂਸਰ ਹਉਮੈ ਮਨ ਕਰੈ ਸਭ ਸੋ ਨਿਰਦੈ ਹੋਏ। ਤੇ ਦੂਜਾ ਮਨਮੁਖਾਂ ਵਾਲਾ ਕਰਮ ਹੈ ਮਨ ਕਰਕੇ ਹਉਮੈ ਕਰਨੀ, ਹੰਕਾਰ ਕਰਨਾ। ਤੇ ਕਹਿੰਦੇ ਜਿਹੜਾ ਹਉਮੈ ਕਰਦਾ ਹੈ ਨਾ, ਹਉਮੈ ਕਰਨ ਵਾਲਾ ਕਦੇ ਦਇਆਲੂ ਨਹੀਂ ਹੁੰਦਾ, ਹਉਮੈ ਕਰਨ ਵਾਲਾ ਸਦਾ ਨਿਰਦਈ ਬਣ ਜਾਂਦਾ, ਉਹ ਦਇਆ ਤੋਂ ਸਖਣਾ ਦਇਆ ਤੋਂ ਹੀਣ ਹੋ ਜਾਂਦਾ ਹੈ। ਚੌਪਈ ਜੇ ਨਿਜ ਤੇ ਘਟ ਦੇਖੇ ਤੇਈ ਦੇਖ ਕੋ ਮਤ ਨਹਿ ਕੈਸੇ ਦੇਈ। ਕਹਿੰਦੇ ਜੇ ਨਿਜ ਤੇ ਘੱਟ ਦੇ, ਜੇ ਆਪਣੇ ਤੋਂ ਘੱਟ ਕਿਸੇ ਨੂੰ ਵੇਖਿਆ ਹੈ, ਆਪਣੇ ਤੋਂ ਨੀਵਾਂ ਕਿਸੇ ਨੂੰ ਵੇਖਿਆ ਹੈ ਤੇ ਕਹਿੰਦੇ ਉਹਨੂੰ ਕਿਸੇ ਵੀ ਪ੍ਰਕਾਰ ਮਤ ਨਾ ਦੇਣੀ, ਉਹਨੂੰ ਕਿਸੇ ਵੀ ਪ੍ਰਕਾਰ ਉਹਨੂੰ ਗਿਆਨ ਨਾ ਦੇਣਾ ਜਾਂ ਧਨ ਨਾ ਦੇਣਾ ਜਾਂ ਉਹਦੀ ਸਹਾਇਤਾ ਨਾ ਕਰਨੀ, ਸਿਰਫ ਹੰਕਾਰ ਵਿੱਚ ਹੋਏ ਕਰਕੇ ਵੀ ਇਹ ਮੇਰੇ ਤੋਂ ਛੋਟਾ ਹੈ, ਇਹਨੂੰ ਮੈਂ ਕਿਉਂ ਮਦਦ ਕਰਾਂ ਜਾਂ ਇਹਦੀ ਸਹਾਇਤਾ ਕਿਉਂ ਕਰਾਂ, ਇਸ ਤਰ੍ਹਾਂ ਦੀ ਬਿਰਤੀ ਨੂੰ ਧਾਰਨ ਕਰ ਲੈਣਾ। ਹਾਸੀ ਕਰੈ ਤਰੈ ਹੰਕਾਰਾ ਇਹੋ ਨਹਿ ਸਮ ਮਮ ਬੁੱਧ ਉਦਾਰਾ। ਤੇ ਕਹਿੰਦੇ ਫਿਰ ਉਹਦਾ ਮਜ਼ਾਕ ਉਡਾਉਣਾ, ਆਪਣੇ ਤੋਂ ਛੋਟੇ ਨੂੰ ਵੇਖ ਕੇ ਉਹਦਾ ਅਹੰਕਾਰੀ ਬੰਦੇ ਦੀ ਸਭ ਤੋਂ ਵੱਡੀ ਨਿਸ਼ਾਨੀ ਇਹੋ ਹੈ ਕਿ ਉਹ ਆਪਣੇ ਤੋਂ ਛੋਟਾ ਵੇਖ ਕੇ ਤੇ ਉਹਦਾ ਮਜ਼ਾਕ ਬਣਾਉਣ ਲੱਗ ਜਾਂਦਾ, ਉਹਦਾ ਮਖੌਲ ਬਣਾਉਣ ਲੱਗ ਜਾਂਦਾ, ਚਾਹੇ ਉਹ ਸਰੀਰਕ ਬਲ ਕਰਕੇ ਛੋਟਾ ਹੋਵੇ, ਚਾਹੇ ਉਹ 4 ਟਕੇ ਜਾਂ ਆਰਥਿਕ ਹਾਲਾਤ ਕਰਕੇ ਛੋਟਾ ਹੋਵੇ ਤੇ ਭਾਵੇਂ ਹੋਵੇ ਗਿਆਨ ਕਰਕੇ ਛੋਟਾ। ਤੇ ਜਿਹੜਾ ਜੀਵ ਅਹੰਕਾਰੀ ਹੁੰਦਾ ਨਾ ਉਹ ਇਹਨਾਂ ਨੂੰ ਵੇਖ ਕੇ ਅਕਸਰ ਉਹਨਾਂ ਦਾ ਮਖੌਲ ਉਡਾਉਣ ਲੱਗ ਜਾਂਦਾ ਹੈ ਤੇ ਮਖੌਲ ਉਡਾਉਂਦਾ ਹੋਇਆ ਸਾਹਿਬ ਕਹਿੰਦੇ ਜਦੋਂ ਹੰਸੀ ਕਰਦਾ ਨਾ, ਹੰਕਾਰ ਕਰਦਾ ਹੈ ਤੇ ਫਿਰ ਕਹਿੰਦੇ ਇਹ ਨਾ ਸਮ ਮਮ ਬੁੱਧ ਉਦਾਰਾ, ਕਹਿੰਦੇ ਇਹ ਨਾ ਸਾਡੀ ਬੁੱਧੀ ਮੁਤਾਬਕ ਨਹੀਂ ਹੈ ਜਾਂ ਇਹ ਸਾਡੀ ਮਤ ਮੁਤਾਬਕ ਨਹੀਂ ਹੈ ਤੇ ਆਪਣੇ ਮਨ ਅੰਦਰ ਸੋਚਦਾ ਹੋਇਆ ਇਹ ਸੋਚਦਾ ਹੈ ਕਿਤੇ ਇਹ ਮੇਰੀ ਬਰਾਬਰਤਾ ਦਾ ਪਾਤਰ ਨਾ ਬਣ ਜਾਵੇ, ਜਿਹੜਾ ਇਸ ਤਰ੍ਹਾਂ ਦੀ ਬਿਰਤੀ ਆਪਣੇ ਹਿਰਦੇ ਵਿੱਚ ਰੱਖੀ ਬੈਠਾ ਹੈ। ਇਸ ਤਰੀਕੇ ਮਾਲਕ ਪਾਤਸ਼ਾਹ ਜੀ ਉੱਥੇ ਉਹਨਾਂ ਦੋਵਾਂ ਗੁਰਸਿੱਖਾਂ ਨੂੰ ਜਿਹੜੇ ਚੱਲ ਕੇ ਭਾਈ ਭਗਤਾ ਜੀ ਔਰ ਭਾਈ ਜਾਪੂ ਵੰਸੀ ਜੀ, ਇਹਨਾਂ ਦੋਵਾਂ ਨੂੰ ਸਤਿਗੁਰੂ ਜੀ ਮਨਮੁਖਾਂ ਵਾਲੇ ਕੰਮ ਦੱਸ ਰਹੇ, ਹੋਰ ਕਿਹੜੇ ਕਿਹੜੇ ਕਰਮਾਂ ਦਾ ਜ਼ਿਕਰ ਕਰਦੇ ਨੇ ਆਪ ਸੰਗਤਾਂ ਅਗਲੇਰੇ ਦੀਵਾਨਾਂ ਦੇ ਅੰਦਰ ਸਰਵਣ ਕਰੋਗੀਆਂ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।